ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਰ ਚਰਨ ਲਾਗ ਹਮ ਬਿਨਵਤਾ, ਪੂਛਤ ਕਹਿ ਜਿਉ ਪਾਇਆ। ਕਵਨ ਕਾਜ ਜਗ ਉਪਜੈ ਬਿਨਸੈ, ਕਹੋ ਮੋਹਿ ਸਮਝਾਇਆ। ਦੇਵ ਕਰੋ ਦਇਆ, ਮੋਹਿ ਮਾਰਗ ਲਾਵੋ। ਜਿਤ ਭੈ ਬੰਧਨ ਟੂਟੈ, ਜਨਮ ਮਰਨ ਦੁਖ ਫੇੜ ਕਰਮ ਸੁਖ। ਜੀ ਜਨਮ ਤੇ ਛੂਟੈ, ਨਿਰਗੁਣਿਆਰ ਇਆਨਿਆ। ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰਖ। ਨਾਨਕ ਨਿਭਹੀ ਨਾਲ, ਦੇਨਹਾਰ ਪ੍ਰਭ ਛੋੜ ਕੇ। ਲਾਗਹਿ ਆਨ ਸੁਆਏ, ਨਾਨਕ ਕਹੂ ਨ ਸੀਜਈ। ਬਿਨ ਨਾਵੈ ਪਤ ਜਾਏ, ਬੇਸੁਮਾਰ ਅਥਾਹ ਗਨਤ ਤੋਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਜੇ ਤੂੰ ਤਾਰੂ ਪਾਣ, ਤਾਹੂ ਪੁੱਛ ਤਿੜਨ ਕਲ। ਤਾਹੂ ਖਰੇ ਸੁਜਾਨ, ਵੰਨਿਆਇਨੀ ਕਪਰੀ। ਝੜ ਝੱਖੜ ਓਹਾੜ, ਲਹਰੀ ਵਹਨ ਲਖੇਸਰੀ। ਸਤਿਗੁਰ ਸਿਉ ਆਲਾਏ, ਬੇੜੇ ਡੁੱਬਣ ਨਾਹੇ ਭਉ। ਸਤਿਗੁਰ ਸਿਉ ਆਲਾਏ, ਬੇੜੇ ਡੁੱਬਣ ਨਾਹੇ ਭਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ। ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ, ਅਪਾਰ ਕਰੁਣਾ ਹੈ ਸਤਿਗੁਰੂ ਸਾਹਿਬ ਜੀ ਦੀ, ਜੋ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਜ਼ਰ ਕਰਕੇ ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਰਹਿਮਤ ਨੂੰ ਮਾਣਦਿਆਂ ਹੋਇਆਂ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਗੁਰ ਸ਼ਬਦ ਦੇ ਕੀਰਤਨ ਅਤੇ ਵਿਚਾਰ ਅਭਿਆਸ ਦੇ ਨਾਲ
ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਸ਼੍ਰੇਸ਼ਟ ਨਿਰਮਲ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਅਪਾਰ ਕਿਰਪਾ ਹੈ। ਆਪ ਜੀ ਨਿਰੰਤਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਸ਼ਰਵਣ ਕਰਕੇ ਅਧਿਆਤਮਿਕ ਗਿਆਨਾਤਮਕ ਲਾਭ ਪ੍ਰਾਪਤ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਅੰਤਰਗਤ ਸ਼ਲੋਕ ਵਾਰਾਂ ਤੇ ਵਧੀਕ ਮਹੱਲਾ ਪਹਿਲਾ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿੜਨ ਕਲ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਸ਼ਲੋਕ ਵਾਰਾਂ ਤੇ ਵਧੀਕ ਮਹੱਲਾ ਪਹਿਲਾ ਦੀ ਪਾਵਨ ਬਾਣੀ ਦੇ ਅੰਤਰਗਤ ਤੀਜੇ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਦੇ ਹਨ ਕਿ ਜੀਵਨ ਦੇ ਵਿੱਚ ਜਦੋਂ ਕਿਸੇ ਹੁਨਰ ਨੂੰ ਪਾਉਣਾ ਹੋਵੇ, ਜਦੋਂ ਕਿਸੇ ਕਲਾ ਨੂੰ ਸਿੱਖਣਾ ਹੋਵੇ, ਜਦੋਂ ਕੋਈ ਜੀਵਨ ਦੇ ਵਿੱਚ ਸ਼ੁਭ ਚੱਜ ਆਚਾਰ ਗ੍ਰਹਿਣ ਕਰਨਾ ਹੋਵੇ ਤਾਂ ਉਦੋਂ ਉਹਨਾਂ ਪਾਸ ਜਾਇਆ ਜਾਂਦਾ ਹੈ ਜਿਨ੍ਹਾਂ ਨੇ ਉਸ ਹੁਨਰ ਦੀ, ਉਸ ਕਲਾ ਦੀ, ਉਸ ਚੱਜ ਆਚਾਰ ਦੀ ਵੱਡੀ ਕਮਾਈ ਜਾਂ ਬਹੁਤ ਲੰਬਾ ਅਭਿਆਸ ਕਰਕੇ ਉਹਨੂੰ ਚੰਗੀ ਤਰ੍ਹਾਂ ਸਾਧ ਕੇ ਆਪਣੇ ਜੀਵਨ ਦੇ ਵਿੱਚ ਸਿੱਧ ਕੀਤਾ ਹੁੰਦਾ ਹੈ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਸੰਸਾਰ ਦੇ ਵਿੱਚ ਸਮਾਜਿਕ ਤੌਰ 'ਤੇ ਚੱਲਣ ਦੇ ਲਈ ਵਿੱਦਿਆ ਚਾਹੀਦੀ ਹੈ। ਆਪਣੇ ਤੋਂ ਵਧੀਕ ਪੜ੍ਹਿਆ ਪਾਠਸ਼ਾਲਾ ਵਿਖੇ ਵਿੱਦਿਆ ਲੈਣ ਚਲਾ ਜਾਂਦਾ ਹੈ। ਜੀਵਨ ਦੇ ਵਿੱਚ ਰੋਗ ਆ ਜਾਂਦਾ ਹੈ, ਰੋਗ ਤੋਂ ਮੁਕਤੀ ਦੇ ਲਈ ਵੈਦ ਕੋਲੋਂ ਚਲਿਆ ਜਾਂਦਾ ਜੀਵ। ਭਾਵ ਕਿ ਜਿਵੇਂ ਦੀ ਜੀਵਨ 'ਚ ਲੋੜ ਪਵੇ, ਸਮੱਸਿਆ ਬਣੇ, ਉਵੇਂ ਦਾ ਮੁਕਾਮ ਮਨੁੱਖ ਭਾਲ ਲੈਂਦਾ ਅਤੇ ਉੱਥੇ ਜਾ ਕੇ ਯਤਨ ਕਰਕੇ ਆਪਣੀ ਲੋੜ ਨੂੰ, ਆਪਣੀ ਸਮੱਸਿਆ ਨੂੰ ਦੂਰ ਕਰ ਲੈਂਦਾ ਹੈ। ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਮਨੁੱਖਾ ਜੀਵਨ ਦਾ ਵੱਡਾ ਮਨੋਰਥ ਹੈ ਸੰਸਾਰ ਸਾਗਰ ਤੋਂ ਪਾਰ ਹੋਣਾ। ਸੰਸਾਰ ਸਾਗਰ ਤੋਂ ਪਾਰ ਹੋਣ ਦਾ ਪਹਿਲਾ ਅਨੁਭਵ ਇਹ ਹੈ, ਜਿਵੇਂ ਇਹਨੂੰ ਸਰਲ ਢੰਗ ਦੇ ਨਾਲ ਕਹਿਣਾ ਹੋਵੇ ਕਿ ਜਿਹੜੇ ਬੰਦੇ ਆਪਣੇ ਜੀਵਨ ਦੇ ਵਿੱਚ ਗਹਿਰੇ ਉਤਰੇ ਹਨ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੇ ਅਭਿਆਸ ਨੂੰ ਜ਼ਿੰਦਗੀ ਭਰ ਕਮਾਇਆ ਹੈ ਅਤੇ ਸਿਮਰਨ ਦੇ ਵਿੱਚ ਬੜੇ ਹੀ ਗਹਿਰੇ ਉਤਰੇ ਹਨ, ਉਹਨਾਂ ਨੂੰ ਹੀ ਅਨੁਭਵ ਹੁੰਦਾ ਹੈ ਕਿ ਸੰਸਾਰ ਸਾਗਰ ਵਾਂਗ ਹੈ। ਬਾਕੀਆਂ ਨੂੰ ਤਾਂ ਇਹ ਹਲਕਾ ਫੁਲਕਾ ਪ੍ਰਤੀਤ ਹੁੰਦਾ, ਕੋਈ ਬੋਝ ਨਹੀਂ ਹੈ ਸੰਸਾਰ ਦਾ ਮਨ 'ਤੇ, ਸੰਸਾਰ ਦੇ ਵਿੱਚ ਵਿਚਰਦਿਆਂ ਕਿਸੇ ਤਰ੍ਹਾਂ ਦਾ ਭੈ ਨਹੀਂ ਆਉਂਦਾ। ਪਰ ਜਿਹੜੇ ਸਿਮਰਨ ਦੀ ਗਹਿਰਾਈ ਵਿੱਚ ਬੜੇ ਗਹਿਰੇ ਉਤਰੇ ਹਨ, ਉਹਨਾਂ ਨੂੰ ਪਤਾ ਲੱਗਦਾ ਹੈ ਸੰਸਾਰ ਸਾਗਰ ਵਾਂਗ ਹੈ ਅਤੇ ਇਹਨੂੰ ਤਰਨਾ ਕਿੰਨਾ ਮੁਸ਼ਕਲ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜੇ ਸੰਸਾਰ ਸਾਗਰ ਤੋਂ ਪਾਰ ਤਰਨਾ ਹੈ ਤਾਂ ਜੀਵਨ ਦੇ ਵਿੱਚ ਤਰਨ ਦੀ ਜਾਚ ਚਾਹੀਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਜੇ ਤੂੰ ਤਾਰੂ ਪਾਣ ਘਾ। ਭਾਵ ਕਿ ਮਨੁੱਖ ਜੇ ਤੈਨੂੰ ਸਾਗਰਾਂ ਦੇ ਵਿੱਚ, ਵੱਡੀਆਂ ਨਦੀਆਂ ਸਰੋਵਰਾਂ ਦੇ ਵਿੱਚ ਤਰਨਾ ਆਉਂਦਾ ਹੈ ਸਰੀਰਕ ਤੌਰ 'ਤੇ, ਤਾਂ ਕੇਵਲ ਇਸ ਗੱਲ ਦਾ ਹੀ ਇੱਥੋਂ ਤੱਕ ਹੀ ਨਾ ਤੇਰਾ ਜੀਵਨ ਰੁਕ ਜਾਵੇ ਕਿ ਤੂੰ ਬੜਾ ਵਧੀਆ ਤੈਰਾਕ ਹੈ। ਤੇਰੇ ਤਰਨ ਦਾ ਅਸਲ ਮਕਸਦ ਉਦੋਂ ਪੂਰਾ ਹੋਏਗਾ। ਤਾਂ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿੜਨ ਕਲ। ਜੇ ਆਮ ਤੌਰ 'ਤੇ ਤਰਨਾ ਜਾਣਦਾ ਹੈ ਤਾਂ ਉਹਨਾਂ ਦੇ ਕੋਲੋਂ ਤਿੜਨ ਦਾ ਭਾਵ ਹੁੰਦਾ ਤਰਨਾ, ਕਲ ਦਾ ਭਾਵ ਹੁੰਦਾ ਹੁਨਰ, ਕਿ ਉਹਨਾਂ ਕੋਲੋਂ ਤਰਨ ਦਾ ਹੁਨਰ ਸਿੱਖ ਜਿਹੜੇ ਮਨ ਦੀਆਂ ਲਹਿਰਾਂ ਨੂੰ ਉਲੰਘ ਗਏ ਹਨ, ਜਿਨ੍ਹਾਂ ਨੂੰ ਵਿਕਾਰਾਂ ਦੀਆਂ ਲਹਿਰਾਂ ਆਪਣੇ ਨਾਲ ਨਹੀਂ ਵਹਾ ਕੇ ਲਿਜਾ ਸਕੀਆਂ ਹਨ। ਉਹਨਾਂ ਦੇ ਕੋਲ ਬੈਠ ਕੇ ਸੰਸਾਰ ਵਾਸਨਾ ਦੀਆਂ ਲਹਿਰਾਂ ਨੂੰ ਪਾਰ ਲੰਘਣ ਦਾ ਯਤਨ ਕਰ। ਤਾਹੂ ਖਰੇ ਸੁਜਾਨ ਵੰਜਾ ਇੰਨੀ ਕੱਪਰੀ। ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਉਹਨਾਂ ਦੇ ਕੋਲੋਂ ਜੀਵਨ ਦੇ ਵਿੱਚ ਸੰਸਾਰ ਸਾਗਰ ਤੋਂ ਪਾਰ ਉਤਰਨ ਦੇ ਲਈ ਤਰਨ ਦੀ ਜਾਚ ਸਿੱਖ ਲਏਗਾ ਤਾਂ ਫਿਰ ਤੇਰਾ ਜੀਵਨ ਸਫਲ ਹੋਏਗਾ। ਹੁਣ ਇਸ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਜਦ ਅਸੀਂ ਪਾਵਨ ਬਾਣੀ ਪੜ੍ਹਦੇ ਹਾਂ ਤਾਂ ਭਗਤ ਸਾਹਿਬਾਨਾਂ ਦੇ ਸ਼ਬਦ ਸਾਡੇ ਸਨਮੁਖ
ਆਉਂਦੇ ਹਨ। ਭਗਤ ਨਾਮਦੇਵ ਜੀ ਦੇ ਵਾਕ ਹਨ, ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸਵਾ। ਭਗਤ ਸਾਹਿਬਾਨ ਇਹ ਬਾਤ ਕਹਿ ਰਹੇ ਹਨ। ਹੁਣ ਜੀਵਨ ਦੇ ਵਿੱਚ ਜਿਵੇਂ ਆਰੰਭ ਵਿੱਚ ਜ਼ਿਕਰ ਕੀਤਾ ਕਿ ਜਿਹੜੇ ਸਿਮਰਨ ਦੇ ਤਲ ਦੀ ਗਹਿਰਾਈ ਦੇ ਵਿੱਚ ਗਏ ਹਨ ਉਹਨਾਂ ਨੂੰ ਹੀ ਪਤਾ ਹੈ ਸੰਸਾਰ ਸਾਗਰ ਕਿਵੇਂ ਹੈ। ਹੁਣ ਜਿਵੇਂ ਇਹਨੂੰ ਸਰਲ ਨੁਕਤੇ ਤੋਂ ਕਹਿਣਾ ਹੋਵੇ ਕਿ ਜਿਵੇਂ ਭਾਰਤ ਦੀ ਰਾਜਨੀਤੀ ਬਾਰੇ, ਅਰਥਚਾਰੇ ਬਾਰੇ ਸਾਰੀ ਲੋਕਾਈ ਗੱਲਾਂ ਕਰਦੀ ਹੈ, ਹਰ ਬੰਦੇ ਨੂੰ ਕੋਲ ਕੋਈ ਨਾ ਕੋਈ ਉਹਦਾ ਜ਼ਿਕਰ ਹੈਗਾ ਮਾੜਾ ਮੋਟਾ, ਪਰ ਠੀਕ ਢੰਗ ਦੇ ਨਾਲ ਜ਼ਿਕਰ ਕਰਨ ਦੇ ਉਹੀ ਯੋਗ ਹਨ ਜਾਂ ਅਸਲ ਢੰਗ ਦੇ ਨਾਲ ਉਹਨਾਂ ਨੂੰ ਹੀ ਪਤਾ ਹੈ ਜਿਨ੍ਹਾਂ ਕੋਲ ਉਹਨਾਂ ਵਿਸ਼ਿਆਂ ਦਾ ਸੰਪੂਰਨ ਗਿਆਨ ਹੈ। ਕਿ ਜਿਹੜੇ ਅਰਥ ਸ਼ਾਸਤਰ ਦੇ ਵੱਡੇ ਮਾਹਰ ਹਨ, ਰਾਜਨੀਤੀ ਸ਼ਾਸਤਰ ਦਾ ਜਿਨ੍ਹਾਂ ਦਾ ਗੂੜਾ ਅਨੁਭਵ ਹੈ, ਉਹੀ ਉਹਨਾਂ ਮਸਲਿਆਂ ਨੂੰ ਠੀਕ ਢੰਗ ਦੇ ਨਾਲ ਪੜ੍ਹ ਸੁਣ ਸਮਝ ਕੇ ਵਾਚ ਸਕਦੇ ਹਨ। ਸਾਡੇ ਵਰਗੇ ਲੋਕ ਕੇਵਲ ਆਪਣੀ ਵਿਹਲੇ ਸਮੇਂ ਦੀ ਚਰਚਾ ਨੂੰ ਅੰਜਾਮ ਦੇਣ ਦੇ ਲਈ ਉਹਨਾਂ ਗੱਲਾਂ ਦਾ ਜ਼ਿਕਰ ਛੋਹ ਲੈਂਦੇ ਹਨ। ਇਸੇ ਤਰ੍ਹਾਂ ਜਿਹੜੇ ਸਿਮਰਨ ਦੇ ਅਭਿਆਸ ਵਿੱਚ ਪਏ ਹਨ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਫਿਰ ਸੰਸਾਰ ਸਾਗਰ ਕਿਵੇਂ। ਇਸ ਕਰਕੇ ਪਹਿਲਾਂ ਇਹਦਾ ਜ਼ਿਕਰ ਆਪਦੇ ਸਨਮੁਖ ਰੱਖਦਿਆਂ ਅਸੀਂ ਆਮ ਰੌਲੇ ਗੌਲੇ ਦੇ ਵਿੱਚ ਤੁਰੇ ਫਿਰੀਏ, ਸਾਨੂੰ ਆਪਣੇ ਅੰਦਰ ਦੀ ਸ਼ਾਂਤੀ ਦਾ ਅਨੁਭਵ ਨਹੀਂ ਹੁੰਦਾ। ਅੰਦਰ ਕਿੰਨਾ ਕੋਹਰਾਮ ਮਚਿਆ ਹੋਇਆ, ਕਿੰਨੀਆਂ ਵਿਕਾਰਾਂ ਦੀਆਂ ਲਹਿਰਾਂ ਪ੍ਰਬਲ ਨੇ, ਇਹ ਉਦੋਂ ਹੀ ਪਤਾ ਲੱਗਦੀਆਂ ਨੇ। ਪਹਿਲੀ ਦਫਾ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਬੰਦਾ ਸਿਮਰਨ ਅਭਿਆਸ ਦੇ ਵਿੱਚ ਬੈਠਦਾ ਹੈ, ਅਤੇ ਉਹ ਵੀ ਖਾਸ ਕਰਕੇ ਅੰਮ੍ਰਿਤ ਵੇਲੇ ਦੇ ਵਿੱਚ। ਤਾਂ ਉਹਦੀ ਜਿਹੜੇ ਮਨ ਜਿਹੜਾ ਹੈ ਜਦੋਂ ਬੈਠਦਾ ਹੈ, ਜਿਹੜਾ ਮਨ ਸੰਸਾਰ ਤੋਂ ਪ੍ਰਭਾਵਿਤ ਹੁੰਦਾ ਹੈ, ਉਸ ਵਕਤ ਉਹਦੇ ਅਥਾਹ ਫੁਰਨੇ ਮਾਇਆ ਦੇ ਉਸ ਜੀਵ ਦੇ ਸਾਹਮਣੇ ਆਉਂਦੇ ਨੇ। ਬੈਠਾ ਮਾਲਕ ਦੀ ਯਾਦ ਵਿੱਚ ਹੈ, ਧਿਆਨ ਜਿਹੜਾ ਹੈ ਪਰਿਵਾਰ ਦੀ ਤਰਫ ਉਲਾਰੂ ਹੋ ਰਿਹਾ ਹੈ, ਜ਼ੁਬਾਨ ਤੋਂ ਮਾਲਕ ਦਾ ਜ਼ਿਕਰ ਕਰ ਰਿਹਾ ਹੈ, ਪਰ ਹਿਰਦੇ ਅੰਦਰ ਦੁਨਿਆਵੀ ਕਿਸਮ ਦੀਆਂ ਵਾਸਨਾਵਾਂ ਚੱਲ ਰਹੀਆਂ ਨੇ। ਅਤੇ ਫਿਰ ਉਹ ਸਮਝਦਾ ਹੈ ਕਿ ਸ਼ਾਇਦ ਇਹ 5-7 ਮਿੰਟ ਦਾ ਸਿਲਸਿਲਾ ਹੈ, ਮੈਂ ਰੱਬ ਰੱਬ ਕਰਦਾ ਰਹਾਂ, ਆਪਣੇ ਆਪ ਸ਼ਾਂਤ ਹੋ ਜਾਣਗੀਆਂ, ਪਰ ਉਹ ਸ਼ਾਂਤ ਹੋਣ ਵਿੱਚ ਨਹੀਂ ਆਉਂਦੀਆਂ। ਤਾਂ ਫਿਰ ਹੌਲੀ ਹੌਲੀ ਉਸ ਨੂੰ ਪੂਰਾ ਅਨੁਭਵ ਹੋ ਜਾਂਦਾ ਹੈ ਕਿ ਸਾਡਾ ਚਿੱਤ, ਸਾਡਾ ਮਨ, ਸਾਡੀ ਬੁੱਧੀ ਸੰਸਾਰ ਦੇ ਵਿੱਚ ਕਿੰਨੀ ਜ਼ਿਆਦਾ ਗਹਿਰੀ ਖੁੱਭੀ ਹੋਈ ਹੈ ਕਿ ਮਾਲਕ ਦਾ ਧਿਆਨ ਧਰਦਿਆਂ ਹੋਇਆਂ ਵੀ ਸੰਸਾਰ ਹੀ ਚਿੱਤ ਆ ਰਿਹਾ। ਉਦੋਂ ਅਨੁਭਵ ਹੁੰਦਾ ਹੈ ਕਿ ਸੰਸਾਰ ਸਾਗਰ ਕਿਵੇਂ ਹੈ। ਤਾਂ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਜੇ ਤੂੰ ਤਾਰੂ ਪਾਣ, ਜਿਸ ਜਗਤ ਤੋਂ ਪਾਰ ਉਤਰਨ ਦੀ ਇੱਛਾ ਹੈ, ਜਾਂ ਤੈਰਾਕ ਹਾਂ ਪਰ ਜੇ ਸਹੀ ਤੈਰਾਕ ਬਣਨਾ ਹੈ ਤਾਂ ਇਸ ਸੰਸਾਰ ਸਾਗਰ ਤੋਂ ਪਾਰ ਉਤਰਨ ਦਾ ਹੁਨਰ ਉਹਨਾਂ ਗੁਰਸਿੱਖਾਂ ਕੋਲੋਂ ਸਿੱਖ ਜਿਨ੍ਹਾਂ ਨੇ ਮਾਇਆ ਦੀਆਂ ਲਹਿਰਾਂ ਨੂੰ ਉਲੰਘਿਆ ਹੈ। ਹੁਣ ਜ਼ਿਕਰ ਰੱਬ ਦੇ ਸਨਮੁਖ ਰੱਖਦਿਆਂ ਸਾਨੂੰ ਆਪਣੇ ਮਨ ਦੇ ਦ੍ਰਸ਼ਟਾ ਬਣਨਾ ਪਵੇਗਾ ਜੇ ਪਾਰ ਉਤਰਨਾ ਹੈ। ਜਿਹੜੇ ਤਰਦਾ ਹੈ, ਜਿਹੜਾ ਪਾਣੀ ਦੇ ਵਿੱਚ ਜੀਵ, ਆਪ ਜੀ ਨੇ ਦੇਖਿਆ ਹੋਏਗਾ ਕਿ ਉਹਨੂੰ ਆਪਣੀਆਂ ਲੱਤਾਂ ਵੀ ਚਲਾਉਣੀਆਂ ਪੈਂਦੀਆਂ ਨੇ ਅਤੇ ਆਪਣੀਆਂ ਬਾਹਾਂ ਵੀ ਫੈਲਾ ਕੇ ਚਲਾਉਣੀਆਂ ਪੈਂਦੀਆਂ ਨੇ, ਤਾਂ ਪਾਣੀ ਵਿੱਚ ਤਰਦਾ ਹੈ। ਜੇ ਉਹ ਸਮਝੇ ਕਿ ਮੈਂ ਲੱਤਾਂ ਬਾਹਾਂ ਰੋਕ ਲਵਾਂ ਅਤੇ ਪਾਣੀ ਦੇ ਵਿੱਚ ਤਰ ਜਾਵਾਂ ਤਾਂ ਤਰਿਆ ਨਹੀਂ ਜਾਏਗਾ, ਸਗੋਂ ਪਾਣੀ ਦੇ ਵਹਿਣ ਦੇ ਨਾਲ ਰੁੜ ਜਾਵੇਗਾ। ਤਾਂ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਸੰਸਾਰ ਸਾਗਰ ਤੋਂ ਤਰਨ ਦਾ ਹੁਨਰ ਕੀ ਹੈ। ਪਹਿਲਾ ਅਨੁਭਵ ਹੈ ਕਿ ਜੀ ਮਨ ਦੇ ਤਲ 'ਤੇ ਵਿਆਪਤ ਜਿੰਨੀਆਂ ਵਿਕਾਰਾਂ ਦੀਆਂ ਲਹਿਰਾਂ, ਉਹਨਾਂ ਦੀ ਪਹਿਲਾਂ ਮੁਲਾਂਕਣ ਕਰਨਾ ਸਿੱਖੋ। ਮੁਲਾਂਕਣ ਕਰਨ ਦਾ ਮਤਲਬ ਕਿ ਚੀਜ਼ ਹੈ ਕਿਵੇਂ। ਜਿਵੇਂ ਇੱਕ ਬੱਚਾ ਇਮਤਿਹਾਨ ਦਿੰਦਾ ਹੈ, ਅਧਿਆਪਕ ਉਹਦਾ ਪਰਚਾ ਦੇਖ ਕੇ ਅੰਦਾਜ਼ਾ ਲਗਾ ਲੈਂਦਾ ਹੈ ਕਿ ਇਹਦੇ ਅੰਦਰ ਕਿੰਨੀ ਕੁ ਸ਼ਮਤਾ ਹੈ ਇਸ ਵਿਸ਼ੇ ਨੂੰ ਸਮਝਣ ਦੀ, ਲਿਖਣ ਦੀ ਜਾਂ ਪ੍ਰਗਟ ਕਰਨ ਦੀ। ਤਾਂ ਜਦੋਂ ਆਪਣੇ ਮਨ ਦੇ ਦ੍ਰਸ਼ਟਾ ਬਣਨਾ, ਮਨ ਦੇ ਦ੍ਰਸ਼ਟਾ ਦਾ ਮਤਲਬ ਹੁੰਦਾ ਹੈ ਕਿ ਆਪਣੇ ਮਨ ਦੀ ਨਿਗਰਾਨੀ ਆਪਣੇ ਮਨ ਦੁਆਰਾ ਹੀ ਕਰਨੀ। ਇੱਕ ਮਨ ਦਾ ਪੱਖ ਹੈ ਜਿਹੜਾ ਅਗਿਆਨ ਵਾਲਾ ਹੈ, ਜਿਹੜਾ ਨਿੰਦਿਆ ਦੇ ਵਿੱਚ, ਵਿਕਾਰਾਂ ਦੇ ਵਿੱਚ ਭੱਜਾ ਫਿਰਦਾ ਹੈ। ਉਹ ਮਨ ਸਾਨੂੰ ਸੰਸਾਰ ਨੇ ਦਿੱਤਾ ਹੈ, ਕਿਉਂਕਿ ਸੰਸਾਰ ਵਿੱਚ ਵਿਚਰਦਿਆਂ ਆਪਣੇ ਆਪ ਹੀ ਉਹ ਮਨ ਬਣ ਗਿਆ ਹੈ। ਇੱਕ ਮਨ ਉਹ ਹੈ ਜਿਹਦੀ ਘਾੜਤ ਲਈ ਅਸੀਂ ਗੁਰੂ ਦੇ ਚਰਨਾਂ ਵਿੱਚ ਬੈਠੇ ਹਾਂ ਅਤੇ ਸ਼ਬਦ ਵਿਚਾਰ ਦੇ ਨਾਲ ਉਸ ਨਿਰਮਲ ਮਨ ਦੀ ਘਾੜਤ ਘੜਨ ਦਾ ਯਤਨ ਕਰ ਰਹੇ ਹਾਂ। ਹੁਣ ਜਦੋਂ ਮਹੀਨਿਆਂ ਬੱਧੀ ਕਥਾ ਸ਼ਰਵਣ ਕਰ ਲਈ, ਗਿਆਨ ਦੇ ਭਾਵ ਮਨ ਵਿੱਚ ਸਮੋ ਗਏ, ਤਾਂ ਦੋ ਤਰ੍ਹਾਂ ਦਾ ਮਨ ਸਾਡੇ ਜੀਵਨ 'ਚ ਬਣ ਜਾਂਦਾ। ਇੱਕ ਗਿਆਨ ਵਾਲਾ, ਜਿਹਦੇ ਵਿੱਚ ਗੁਰੂ ਸ਼ਬਦ ਦਾ ਪ੍ਰਕਾਸ਼ ਸਮਾਇਆ ਹੋਇਆ ਹੈ।
ਇੱਕ ਉਹ ਮਨ ਜਿਹੜਾ ਸਮਾਜ ਵਿੱਚ ਵਿਚਰਦਿਆਂ, ਦੁਨੀਆਦਾਰੀ ਦੇ ਵਿੱਚ ਵਿਚਰਦਿਆਂ ਬਣਿਆ, ਜਿਹਦੇ ਵਿੱਚ ਅਗਿਆਨ ਹੈ, ਜਿਹਦੇ ਵਿੱਚ ਨਿੰਦਿਆ ਵਰਗੇ, ਪਾਪ ਵਰਗੇ, ਲੋਭ ਵਰਗੇ ਦੁਸ਼ਕਰਮ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਆਪਣੇ ਮਨ ਦੇ ਦ੍ਰਿਸ਼ਟਾ ਬਣੋ, ਅਤੇ ਮਨ ਦੇ ਦ੍ਰਿਸ਼ਟਾ ਬਣਨ ਦੇ ਲਈ 4 ਸਾਧਨਾਵਾਂ ਕਰਨੀਆਂ ਪੈਂਦੀਆਂ ਨੇ। 4 ਸਾਧਨਾਵਾਂ ਦਾ ਭਾਵ ਕੀ ਹੈ? ਜਿਵੇਂ ਅੰਮ੍ਰਿਤ ਵੇਲੇ ਸਾਧਨਾ ਦੇ ਵਿੱਚ ਬੈਠਾ, ਜੇ ਪਰਿਵਾਰ ਦਾ ਖਿਆਲ ਆਇਆ ਹੈ, ਕਿਸੇ ਸੰਬੰਧੀ ਦਾ ਖਿਆਲ ਆਇਆ ਸਵੇਰ ਵੇਲੇ, ਜਾਂ ਉਹਦੀ ਫਿਕਰ ਹੋਈ ਹੈ, ਜਾਂ ਉਹਦੇ ਬਾਰੇ ਕਿਸੇ ਵੀ ਤਰ੍ਹਾਂ ਦਾ ਖਿਆਲ ਆਇਆ ਹੈ, ਤੇ ਸਮਝ ਲੈਣਾ ਕਿ ਸਾਡਾ ਜਿਹੜਾ ਚਿੱਤ ਹੈ ਉਹ ਸੰਬੰਧੀਆਂ ਦੇ ਮੋਹ ਵਿੱਚ ਖੁੱਭਿਆ ਹੋਇਆ। ਜੇ ਸਵੇਰ ਵੇਲੇ ਪਦਾਰਥ ਦਾ ਜ਼ਿਕਰ ਆਉਂਦਾ ਹੈ ਮਨ ਦੇ ਅੰਦਰ, ਆਪਣੀ ਸੰਪત્ਤੀ ਯਾਦ ਆਉਂਦੀ ਹੈ, ਆਪਣੇ ਜੀਵਨ ਦੀਆਂ ਸੰਪਦਾਵਾਂ ਯਾਦ ਆਉਂਦੀਆਂ ਨੇ, ਤਾਂ ਸਮਝ ਲੈਣਾ ਕਿ ਸਾਡਾ ਜਿਹੜਾ ਚਿੱਤ ਹੈ ਉਹ ਲੋਭ ਕਰਕੇ ਪਦਾਰਥਾਂ ਵੱਲ ਪ੍ਰਵਿਰਤ ਹੋਇਆ ਹੈ। ਜੇ ਸਵੇਰ ਵੇਲੇ ਕਾਮ ਆਦਿਕ ਦਾ ਫੁਰਨਾ ਆਉਂਦਾ ਹੈ ਸਾਧਨਾ ਵਿੱਚ ਬੈਠਿਆਂ, ਤਾਂ ਸਮਝ ਲੈਣਾ ਕਿ ਮਨ ਜਿਹੜਾ ਹੈ ਅਜੇ ਬਿਲਕੁਲ ਗੈਰ ਹਾਜ਼ਰ ਹੈ, ਅਤੇ ਇਹਨੂੰ ਵਿਕਾਰਾਂ ਦੀ ਪਾਹ ਲੱਗੀ ਹੋਈ ਹੈ। ਜੇ ਅੰਮ੍ਰਿਤ ਵੇਲੇ ਅਭਿਆਸ ਵਿੱਚ ਬੈਠਿਆਂ ਹੋਇਆਂ ਕਿਸੇ ਦੇ ਬਾਰੇ ਦਵੈਸ਼ਨੁਮਾ ਖਿਆਲ ਆਵੇ, ਭਾਵ ਕਿ ਸਵੇਰੇ ਸਵੇਰੇ ਕਿਸੇ ਦਾ ਬੁਰਾ ਮਨ ਚ ਆਵੇ, ਤੇ ਸਮਝ ਲੈਣਾ ਕਿ ਚਿੱਤ ਨੂੰ ਦਵੈਸ਼ ਨੇ ਜਕੜਿਆ ਹੋਇਆ, ਭਾਵ ਕਿ ਇੱਕੋ ਚਿੱਤ ਜਿਹੜਾ ਹੈ ਉਹਦੇ ਉੱਪਰ ਇੰਨੇ ਜ਼ਿਆਦਾ ਭਾਰ ਬਣੇ ਹਨ, ਤਾਂ ਫਿਰ ਇਹਨੂੰ ਦੂਰ ਕਿਵੇਂ ਕੀਤਾ ਜਾ ਸਕੇ? ਤਾਂ ਫਿਰ ਜਿਵੇਂ ਜ਼ਿਕਰ ਕੀਤਾ ਕਿ ਮਨ ਦੇ ਦ੍ਰਿਸ਼ਟਾ ਹੋਣਾ, ਪਹਿਲਾਂ ਮਨ ਦਾ ਅਨੁਭਵ ਕਰਨਾ ਹੋਵੇ। ਇਸ ਕਰਕੇ ਅਧਿਆਤਮਿਕ ਸਾਧਨਾ ਆਰੰਭ ਦੇ ਵਿੱਚ ਕਿਸੇ ਬੰਦੇ ਦੇ ਨੇੜੇ ਬੈਠ ਕੇ ਕਰਨੀ ਚਾਹੀਦੀ ਹੈ। ਨਹੀਂ ਪਤਾ ਲੱਗਦਾ, ਕਿਉਂਕਿ ਜੀਵਨ ਦੇ ਵਿੱਚ ਕਿੱਥੇ ਜਾ ਰਹੇ ਹਾਂ, ਕਿੱਥੇ ਇੱਕ ਬਾਤ ਪੁੱਜ ਗਈ ਹੈ। ਹੁਣ ਅਸੀਂ ਦੁਨੀਆਦਾਰੀ ਦੇ ਵਿੱਚ ਚੱਲਦੇ ਹਾਂ, ਅਤੇ ਆਪਣੇ ਸਟੇਟਸ ਨੂੰ ਸਮੇਂ ਬਾਅਦ ਸਾਨੂੰ ਦੱਸਣਾ ਵੀ ਆਉਂਦਾ ਹੈ ਕਿ ਕੱਲ੍ਹ ਤੱਕ ਜੀ ਮੈਂ 10 ਲੱਖਪਤੀ ਸਾਂ, 10 ਸਾਲ ਮਿਹਨਤ ਕੀਤੀ, ਅੱਜ ਕਰੋੜਪਤੀਆਂ ਦੱਸਣਾ ਹੁੰਦਾ ਹੈ, ਔਰ ਉਹਦੀ ਸਮਰੱਥਾ ਵੀ ਸਾਡੇ ਕੋਲ ਹੁੰਦੀ ਹੈ। ਅਧਿਆਤਮ ਮਾਰਗ 'ਤੇ, ਧਰਮ ਦੇ ਮਾਰਗ 'ਤੇ 20, 25, 40 ਸਾਲ ਚੱਲ ਲਿਆ, ਅਸੀਂ ਕਿਸੇ ਨੂੰ ਨਿਸ਼ਚਿਤ ਢੰਗ ਦੇ ਨਾਲ ਨਹੀਂ ਦੱਸ ਸਕਦੇ ਕਿ ਮੈਂ ਬਾਣੀ ਨਾਲ ਕਿੰਨਾ ਕੁ ਜੁੜ ਗਿਆ, ਜਾਂ ਬਾਣੀ ਦਾ ਪਰਮ ਗਿਆਨ ਕਿੰਨਾ ਕੁ ਮੇਰੇ ਜੀਵਨ 'ਚ ਸਮੋ ਗਿਆ ਹੈ। ਨਹੀਂ ਨਿਸ਼ਚਿਤ ਕਰ ਸਕਦੇ, ਕਿਉਂਕਿ ਸਾਨੂੰ ਸਾਧਨਾ ਕਰਨ ਦਾ ਢੰਗ ਹੀ ਨਹੀਂ ਪਤਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਆਪਣੇ ਮਨ ਦੇ ਦ੍ਰਿਸ਼ਟਾ ਬਣੋ, ਕਿ ਜਿਵੇਂ ਸਵੇਰੇ ਮਨ ਦੇ ਵਿੱਚ ਫੁਰਨੇ ਆਉਂਦੇ ਹਨ, ਉਹਨਾਂ ਫੁਰਨਿਆਂ ਤੋਂ ਅੰਦਾਜ਼ਾ ਲਗਾ ਲਓ ਕਿ ਚਿੱਤ ਦੇ ਵਿੱਚ ਕਿਹੜੀ ਕਿਹੜੀ ਚੀਜ਼ ਭਾਰੂ ਹੈ। ਦਵੈਸ਼ ਭਾਰੂ ਹੈ, ਪਦਾਰਥਾਂ ਦਾ ਲੋਭ ਭਾਰੂ ਹੈ, ਜਾਂ ਸੰਬੰਧੀਆਂ ਦਾ ਮੋਹ ਭਾਰੂ ਹੈ, ਜਾਂ ਕੁਝ ਹੋਰ ਹੈ। ਜੇ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਸੰਬੰਧੀਆਂ ਦਾ, ਪਦਾਰਥ ਦਾ, ਦਵੈਸ਼ ਦਾ ਕੋਈ ਫੁਰਨਾ ਨਹੀਂ ਆ ਰਿਹਾ, ਅਤੇ ਮਨ ਵੈਸੇ ਨਹੀਂ ਟਿਕ ਰਿਹਾ, ਮਤਲਬ ਕਾਹਲ ਪੈ ਰਹੀ ਹੈ ਉਸ ਸਿਮਰਨ ਦੀ ਗਹਿਰਾਈ ਵਿੱਚ ਜਾਣ ਤੋਂ, ਅਤੇ ਇਹਦਾ ਭਾਵ ਇਹ ਹੈ ਕਿ ਮਨ ਅਜੇ ਬਿਲਕੁਲ ਭਗਤੀ ਰਸ ਤੋਂ ਕੋਰਾ ਹੈ। ਜੇ ਸੰਬੰਧੀਆਂ ਦਾ, ਪਦਾਰਥਾਂ ਦਾ ਲੋਭ ਮੋਹ ਨਹੀਂ ਹੈ ਤਾਂ ਕੋਈ ਬਾਤ ਨਹੀਂ। ਵੈਸੇ ਕਈ ਬੰਦੇ ਕਹਿਣਗੇ ਕਿ ਸਿਮਰਨ ਅਭਿਆਸ ਵਿੱਚ ਬੈਠਿਆਂ ਘਬਰਾਹਟ ਹੋਣ ਲੱਗ ਪੈਂਦੀ ਹੈ। ਘਬਰਾਹਟ ਹੋਣ ਦਾ ਭਾਵ ਹੈ ਕਿ ਜਿਹੜੀ ਦੇਹ ਦੇ ਨਾਲ ਸਿਮਰਨ ਅਭਿਆਸ ਕਰਨ ਲੱਗੇ ਹੋ, ਕਦੇ ਇਹਦੇ ਵਿੱਚ ਭਗਤੀ ਦਾ ਕੋਈ ਅੰਸ਼ ਇੱਕ ਅੱਧਾ ਪਾਇਆ ਹੀ ਨਹੀਂ। ਹੁਣ ਜਿਵੇਂ ਆ ਹਾੜ ਦੇ ਮਹੀਨੇ ਦੇ ਵਿੱਚ ਤਪਸ਼ ਦੇ ਨਾਲ ਜ਼ਮੀਨ ਫੁੱਟ ਜਾਂਦੀ ਹੈ, ਉਹਦੇ ਵਿੱਚ ਤਰੇੜਾਂ ਪੈ ਜਾਂਦੀਆਂ ਨੇ, ਉੱਤੇ ਪਹਿਲੀ ਬੂੰਦ ਪਾਣੀ ਦੀ ਸੁੱਟੋਗੇ ਪਤਾ ਹੀ ਨਹੀਂ ਲੱਗਣਾ ਕਿ ਬੂੰਦ ਸੁੱਟੀ ਹੈ ਕਿ ਨਹੀਂ, ਕਿਉਂਕਿ ਧਰਤੀ ਸੜੀ ਪਈ ਹੈ। 20 ਬੂੰਦਾਂ ਵੀ ਸੁੱਟੋਗੇ, 50 ਬੂੰਦਾਂ ਵੀ ਸੁੱਟੋਗੇ, ਨਹੀਂ ਫਰਕ ਪਏਗਾ। ਲਗਾਤਾਰ ਬੂੰਦਾਂ ਮੀਂਹ ਦੀਆਂ ਟਪਕਦੀਆਂ ਰਹਿਣਗੀਆਂ 2, 3, 4, 5 ਘੰਟੇ, ਤਾਂ ਫਿਰ ਜਾ ਕੇ ਭਾਦੋਂ ਦੀ ਤਪਸ਼, ਜਿਹੜੀ ਹਾੜ ਦੀ ਤਪਸ਼ ਦੇ ਨਾਲ ਫਟੀ ਹੋਈ ਧਰਤੀ ਹੈ, ਫਿਰ ਉਹਦੇ ਵਿੱਚ ਥੋੜ੍ਹਾ ਜਿਹੀ ਤਰਲਤਾ ਬਣੇਗੀ, ਅਤੇ ਫਿਰ ਉਹ ਥੋੜ੍ਹੀ ਜਿਹੀ ਉਹਦੀਆਂ ਤਪਸ਼ ਘਟੇਗੀ, ਅਤੇ ਉਹ ਥੋੜ੍ਹੀ ਨਰਮ ਹੋਏਗੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮਨ ਦੇ ਦ੍ਰਿਸ਼ਟਾ ਬਣਨਾ ਹੈ, ਅਤੇ ਮਨ ਦੇ ਦ੍ਰਿਸ਼ਟਾ ਬਣਨ ਦੇ ਲਈ ਵਿਕਾਰਾਂ ਦੀਆਂ ਲਹਿਰਾਂ ਨੂੰ ਉਲੰਘਣ ਦਾ ਯਤਨ ਕਰਨਾ ਪਏਗਾ। ਇਸ ਕਰਕੇ ਪਹਿਲਾਂ ਆਪਣੇ ਮਨ ਦਾ ਮੁਲਾਂਕਣ ਕਰਨਾ ਸਿੱਖੋ ਕਿ ਮਨ ਨੂੰ ਕਿਹੜੀਆਂ ਕਿਹੜੀਆਂ ਲਹਿਰਾਂ ਪ੍ਰਭਾਵਿਤ ਕਰਦੀਆਂ ਨੇ। ਤਾਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਤਾਹੂ ਖਰੇ ਸੁਜਾਨ, ਫਿਰ ਮਨੁੱਖ ਨੂੰ ਜੀਵਨ 'ਚ ਪਤਾ ਲੱਗ ਜਾਏਗਾ ਕਿ ਇਹਨਾਂ ਲਹਿਰਾਂ ਨੂੰ ਕਿਵੇਂ ਉਲੰਘਣਾ। ਜਿਵੇਂ ਜਿਨ੍ਹਾਂ ਨੇ ਤੈਰਾਕੀ ਬਾਰੇ ਥੋੜ੍ਹਾ ਬਹੁਤਾ ਪੜ੍ਹਿਆ ਸਮਝਿਆ ਹੋਏਗਾ, ਉਹਨਾਂ ਨੂੰ ਪਤਾ ਹੋਵੇਗਾ ਕਿ ਜਿਹੜੇ ਤੈਰਾਕ ਹਨ, ਸਹੀ ਤੈਰਾਕ ਉਹਨੂੰ ਮੰਨਿਆ ਜਾਂਦਾ ਹੈ ਕਿ ਜਿਹੜਾ ਆਪਣੇ ਸਰੀਰ ਨੂੰ, ਪੂਰੇ ਸਰੀਰ ਨੂੰ, ਜਿਵੇਂ ਕਦੇ ਆਪ ਜੀ ਨੇ ਮੱਛਲੀ ਚੱਲਦੀ ਦੇਖੀ ਹੋਵੇ ਨਾ ਜਲ ਦੇ ਵਿੱਚ, ਤਾਂ ਉਹ ਆਪਣੇ ਸਾਰੇ ਸਰੀਰ ਦੀ ਹਰਕਤ ਕਰਦੀ ਹੈ। ਉਹਦੀਆਂ ਪੰਖੜੀਆਂ ਵੀ ਹਰਕਤ ਕਰਦੀਆਂ ਨੇ, ਉਹਦਾ ਮੁੱਖ ਵੀ ਹਰਕਤ ਕਰਦਾ ਹੈ,
ਤੇ ਉਹਦੇ ਸਰੀਰ ਦਾ ਪਿਛਲਾ ਹਿੱਸਾ ਵੀ ਹਰਕਤ ਕਰਦਾ ਹੈ। ਚੰਗਾ ਤੈਰਾਕ ਉਹਨੂੰ ਮੰਨਦੇ ਹਨ ਕਿ ਜਿਹਦੇ ਸਰੀਰ ਵਿੱਚ ਇੰਨੀ ਲਚਕ ਹੋਵੇ ਕਿ ਹੱਥਾਂ ਬਾਹਾਂ ਚਲਾਉਣ ਦੇ ਨਾਲ ਨਾਲ, ਲੱਤਾਂ ਚਲਾਉਣ ਦੇ ਨਾਲ ਉਹ ਆਪਣੇ ਪੇਟ ਨੂੰ, ਆਪਣੇ ਮੁੱਖ ਨੂੰ ਵੀ ਚਲਾ ਸਕੇ। ਭਾਵ ਕਿ ਉਹ ਲਗਾਤਾਰ ਪਾਣੀ ਦੇ ਵਹਿਣ, ਕਿਉਂਕਿ ਪਾਣੀ ਦਾ ਵਹਿਣ ਇੱਕਸਾਰ ਚੱਲਦਾ ਹੈ। ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਵਿਕਾਰਾਂ ਦੀਆਂ ਲਹਿਰਾਂ ਤੋਂ ਪਾਰ ਪਾਉਣਾ ਹੈ, ਇਹਨਾਂ ਨੂੰ ਤੈਰਾਕ ਬਣਨ ਦੇ ਲਈ ਆਪਣੇ ਮੁੱਖ ਦੇ ਵਿੱਚ ਗੁਰੂ ਸ਼ਬਦ ਪਾਉਣਾ ਪਏਗਾ। ਕਿਉਂਕਿ ਮੁੱਖ ਵਿੱਚ ਨਿੰਦਿਆ ਪਾਈ ਹੈ ਤਾਂ ਚਿੱਤ ਦੇ ਵਿੱਚ ਆਪਣੇ ਆਪ ਦਵੈਸ਼ ਬਣੇਗਾ। ਇਸ ਕਰਕੇ ਆਪਣੇ ਮੁੱਖ ਦੇ ਵਿੱਚ ਸ਼ਬਦ ਪਾਉਣਾ ਪਏਗਾ ਅਤੇ ਗੁਰੂ ਸ਼ਬਦ ਦਾ ਓਟ ਆਸਰਾ ਲੈ ਕੇ, ਜਿਵੇਂ ਜਿਹੜਾ ਤੈਰਾਕ ਹੈ ਉਹ ਜਦੋਂ ਤੈਰਦਾ ਹੈ ਤਾਂ ਉਹ ਪਹਿਲਾਂ ਆਪਣੇ ਅੰਦਰ ਇੱਕ ਵਿਸ਼ਵਾਸ ਭਰਦਾ ਹੈ। ਗੁਰੂ ਸ਼ਬਦ ਦਾ ਵਿਸ਼ਵਾਸ ਭਰ ਕੇ ਆਪਣੇ ਮੁੱਖ ਤੋਂ ਗੁਰੂ ਸ਼ਬਦ ਦੀ ਆਰਾਧਨਾ ਕਰਦੇ ਜਾਣਾ। ਜਿਉਂ-ਜਿਉਂ ਆਰਾਧਨਾ ਕਰਾਂਗੇ ਫਿਰ ਸਮਝ ਆਏਗਾ ਕਿ ਲਹਿਰ ਕਿੰਨੀ ਪ੍ਰਬਲ ਹੈ ਅਤੇ ਸਾਡੀ ਸਾਧਨਾ ਕਿੰਨੀ ਕੁ ਪ੍ਰਬਲ ਹੈ। ਫਿਰ ਜਿਉਂ-ਜਿਉਂ ਗੁਰ ਸ਼ਬਦ ਦਾ ਅਭਿਆਸ ਕਰੇਗਾ, ਕਈ ਵਰ੍ਹਿਆਂ ਬਾਅਦ ਜਾ ਕੇ ਫਿਰ ਇਸ ਅਨੁਭਵ 'ਤੇ ਪਹੁੰਚੇਗਾ ਕਿ ਹੁਣ ਲਹਿਰਾਂ ਘਟਣੀਆਂ ਬੜੀਆਂ ਸ਼ੁਰੂ ਹੋ ਗਈਆਂ ਹਨ। ਹੁਣ ਕਦੇ ਕਦਾਏ ਕੋਈ ਇੱਕ ਅੱਧ ਫੁਰਨਾ ਆਉਂਦਾ, ਔਰ ਉਹਦੇ ਲਈ ਵੀ ਇੱਕ ਵੱਖਰੀ ਸਾਧਨਾ ਹੈ। ਵੱਖਰੀ ਸਾਧਨਾ ਹੈ ਕਿ ਦੁਨੀਆਦਾਰੀ ਹੀ ਪ੍ਰਵਿਰਤ ਕਰਦੀ ਹੈ ਮਾਇਆ ਦੀਆਂ ਲਹਿਰਾਂ ਵੱਲ, ਉਹਦੇ ਤੋਂ ਹੀ ਸੰਕੋਚ ਕਰਨਾ ਪੈਂਦਾ ਹੈ। ਇਹ ਨਹੀਂ ਕਿ 1 ਘੰਟਾ ਕਥਾ ਸੁਣ ਕੇ 7 ਘੰਟੇ ਨਿੰਦਿਆ ਦੀ ਮਜਲਿਸ ਵਿੱਚ ਬੈਠ ਕੇ ਕਵੇ ਕਿ ਮੇਰੀ ਕਥਾ ਤਰੱਕੀ ਕਰਾ ਦੇਵੇਗੀ। ਇਸ ਤਰ੍ਹਾਂ ਨਹੀਂ ਸੰਭਵ ਹੋਏਗਾ। ਗੁਰੂ ਸਾਹਿਬ ਜੀ ਕਹਿੰਦੇ ਇਸ ਕਰਕੇ ਜੇ ਤੂੰ ਸੰਸਾਰ ਸਾਗਰ ਤੋਂ ਤਰਨਾ ਚਾਹੁੰਦਾ ਹੈ, ਉਹਨਾਂ ਦੇ ਕੋਲੋਂ ਹੁਨਰ ਪੁੱਛ ਜਿਨ੍ਹਾਂ ਨੇ ਮਾਇਆ ਦੀਆਂ ਲਹਿਰਾਂ ਨੂੰ ਉਲੰਘਣ ਦਾ, ਉਹਨਾਂ ਤੋਂ ਪਾਰ ਪੈਣ ਦਾ ਯਤਨ ਕੀਤਾ ਅਤੇ ਉਹ ਸੰਸਾਰ ਦੀਆਂ ਲਹਿਰਾਂ ਤੋਂ ਲੰਘ ਕੇ ਜੀਵਨ ਮੁਕਤੀ ਦਾ ਪਦ ਪਾ ਕੇ ਸਫਲ ਹੋਏ ਹਨ। ਚੜ੍ਹ ਝੱਖੜ ਓਹਾੜ ਲਹਿਰੀ ਵਹਨ ਲਖੇਸਰੀ। ਤਾਂ ਸਤਿਗੁਰੂ ਸਾਹਿਬ ਜੀ ਅੱਗੇ ਇੱਕ ਹੋਰ ਜ਼ਿਕਰ ਕਰਦੇ ਹਨ, ਇਸੇ ਸ਼ਲੋਕ ਦੇ ਨਾਲ ਵਿਸ਼ਾ ਰਲਦਾ ਹੈ ਕਿ ਜਿਹੜਾ ਜੀਵਨ ਸੰਸਾਰ ਸਮੁੰਦਰ ਵਾਂਗ ਹੈ, ਝਾੜ ਇਹਦੇ ਵਿੱਚ ਝੜੀ ਭਾਵ ਮੀਂਹ ਪੈਂਦਾ ਹੈ। ਝੱਖੜ ਦਾ ਭਾਵ ਕਿ ਜਦੋਂ ਬਹੁਤ ਤੇਜ਼ ਤੂਫਾਨ ਉੱਠਦੇ ਨੇ ਅਤੇ ਬੜੀਆਂ ਬੜੀਆਂ ਉੱਚੀਆਂ ਲਹਿਰਾਂ ਜਾਂਦੀਆਂ ਹਨ। ਉਹ ਹਾੜ ਦਾ ਭਾਵ ਤੂਫਾਨ, ਲਹਿਰੀ ਵਹਿਨ ਲਖੇਸਰੀ। ਸਤਿਗੁਰੂ ਸਾਹਿਬ ਜੀ ਕਹਿੰਦੇ ਮਨ ਰੂਪ ਸੰਸਾਰ ਸਾਗਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ, ਕਦੇ ਲੋਭ ਦੀ ਝੜੀ ਲੱਗ ਜਾਂਦੀ ਹੈ, ਕਦੇ ਕਾਮ ਦੇ ਤੂਫਾਨ ਆਉਣ ਲੱਗ ਪੈਂਦੇ ਹਨ, ਕਦੇ ਅਹੰਕਾਰ ਦੀਆਂ ਛੱਲਾਂ ਚੱਲਣ ਲੱਗ ਪੈਂਦੀਆਂ ਹਨ, ਅਤੇ ਕਦੀ ਸਾਰਾ ਦਿਨ ਤਰ੍ਹਾਂ ਤਰ੍ਹਾਂ ਦੇ ਫੁਰਨੇ ਦੀਆਂ, ਲਖੇਸਰੀ ਦਾ ਭਾਵ ਲੱਖਾਂ ਤਰ੍ਹਾਂ ਦੀਆਂ, ਲਹਿਰੀ ਵਹਿਨ ਲਖੇਸਰੀ, ਲੱਖਾਂ ਤਰ੍ਹਾਂ ਦੀਆਂ ਲਹਿਰਾਂ ਦਿਨ ਦੇ ਵਿੱਚ ਚੱਲਦੀਆਂ ਰਹਿੰਦੀਆਂ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਸਾਰੇ ਕੁਝ ਤੋਂ ਮੁਕਤ ਹੋਣਾ ਹੈ ਤਾਂ ਕੀ ਯਤਨ ਕਰਨਾ ਪਏਗਾ। ਸਤਿਗੁਰ ਸਿਉ ਆ ਲਾਏ ਬੇੜੇ ਡੁੱਬਣ ਨਾਹੇ ਭਉ। ਆਪਣੇ ਸਤਿਗੁਰੂ ਦੇ ਸ਼ਬਦ ਦਾ ਆਧਾਰ ਪਕੜ ਕੇ ਰੱਖੋ, ਉਹਦੇ ਸ਼ਬਦ ਰੂਪ ਬੇੜੇ ਦੇ ਵਿੱਚ ਸਵਾਰ ਰਹੋ, ਤਾਂ ਕਿ ਫਿਰ ਤੁਹਾਨੂੰ ਡੁੱਬਣ ਦਾ ਡਰ ਨਹੀਂ ਰਹੇਗਾ, ਡੁੱਬਣ ਦੀ ਜਿਹੜੀ ਸਮੱਸਿਆ ਨਹੀਂ ਆਏਗੀ। ਹੁਣ ਮਨ ਵਿੱਚ ਲਹਿਰਾਂ ਕਿਵੇਂ ਵਿਆਪਤ ਹੁੰਦੀਆਂ ਨੇ, ਇੱਕ ਦਿਨ ਦਾ ਮੁਲਾਂਕਣ ਆਪਦੇ ਸਨਮੁਖ ਰੱਖਦਿਆਂ ਜੀਵਨ ਦੇ ਵਿੱਚ ਇਸ ਦਿਨ ਤੋਂ ਸ਼ੁਰੂ ਕਰਦੇ ਅਸੀਂ ਅੰਮ੍ਰਿਤ ਵੇਲੇ ਤੋਂ, ਕਿ ਇੱਕ ਦਿਨ ਦੇ ਵਿੱਚ ਸਾਰੇ ਦਿਨ ਮਾਇਆ ਦੀਆਂ ਲਹਿਰਾਂ ਜਾਂ ਤੂਫਾਨ ਸਾਨੂੰ ਕਿਵੇਂ ਵਿਆਪਦੇ ਹਨ। ਅੰਮ੍ਰਿਤ ਵੇਲੇ ਉੱਠੇ, ਸਾਧਨਾ ਕੀਤੀ, ਸਾਧਨਾ ਕਰਦਿਆਂ ਕਿਸੇ ਨੇ ਦੇਖਿਆ ਨਹੀਂ, ਕਿਸੇ ਘਰ ਦੇ ਮੈਂਬਰ ਨੇ ਨਹੀਂ ਦੇਖਿਆ ਕਿ ਇੰਨੇ ਇਸ਼ਨਾਨ ਕੀਤਾ, ਬਾਅਦ 2 ਘੰਟੇ ਸਾਧਨਾ ਕੀਤੀ ਹੈ। ਪਹਿਲਾਂ ਮਾਇਆ ਦੀ ਲਹਿਰ ਸਭ ਤੋਂ ਪਹਿਲਾਂ ਕਿਵੇਂ ਵਿਆਪਦੀ ਹੈ, ਕਿਸੇ ਨਾ ਕਿਸੇ ਦੇ ਸਾਹਮਣੇ ਜ਼ਿਕਰ ਰੱਖਣਾ ਚਾਹੁੰਦਾ ਹੈ। ਹਾਂ ਦੀ ਹਲਕੀ ਜਿਹੀ ਲਹਿਰ ਆਈ ਕਿ ਜ਼ਿਕਰ ਤਾਂ ਹੋਵੇ ਕਿ ਮੈਂ ਸਵੇਰੇ ਉੱਠਿਆ, ਮੈਂ ਰੱਬ ਰੱਬ ਕੀਤਾ, ਕਿਸੇ ਨੂੰ ਪਤਾ ਤਾਂ ਲੱਗੇ। ਫਿਰ ਉਸ ਤਰ੍ਹਾਂ ਦੀ ਚਰਚਾ ਛੇੜੇਗਾ, ਸਵੇਰ ਵੇਲੇ ਚਰਚਾ ਛੇੜੇਗਾ ਅਤੇ ਛੇੜੇਗਾ ਗੁਰਬਾਣੀ ਦੀ ਪਲੀ ਲੈ ਕੇ। ਸਿੱਧਾ ਨਹੀਂ ਕਹੇਗਾ ਕਿ ਕੁਝ ਇੰਜ ਮੈਂ ਕੀਤਾ ਹੈ, ਚਰਚਾ ਛੇੜੇਗਾ ਗੁਰਬਾਣੀ ਦੀ ਪਲੀ ਲੈ ਕੇ। ਸਤਿਗੁਰੂ ਸਾਹਿਬ ਕਹਿੰਦੇ ਨੇ ਬਾਣੀ ਚਾਹ ਕਰਿਆ ਕਰੋ ਅੰਮ੍ਰਿਤ ਵੇਲੇ, ਪਰ ਤੁਸੀਂ ਕਰਦੇ ਹੀ ਨਹੀਂ। ਦੂਜਿਆਂ ਨੂੰ ਸੰਬੋਧਨ ਕਰੇਗਾ, ਤੁਸੀਂ ਕਰਦੇ ਨਹੀਂ, ਤੁਸੀਂ ਕੀਤਾ ਨਹੀਂ, ਤਾਂ ਫਿਰ ਕੀ ਹੋਏਗਾ? ਦੂਜੇ ਕਹਿਣਗੇ ਹਾਂ ਭਾਈ ਤੂੰ ਕੀਤਾ, ਤੂੰ ਚੰਗਾ ਹੈ। ਭਾਵ ਕਿ ਅਧਿਆਤਮਿਕ ਕਰਮ ਨੇ ਵੀ ਸਵੇਰੇ ਸਵੇਰ ਮਾਇਆ ਦੀ ਲਹਿਰ ਨੇ ਅਧਿਆਤਮਿਕ ਕਰਮ ਨੂੰ ਵੀ ਹਉਮੈ ਬਣਾ ਲਿਆ ਕਿ ਮੈਂ ਕੀਤਾ ਹੈ, ਮੈਂ ਹੀ 5 ਬਾਣੀਆਂ ਪੜ੍ਹਦਾ, ਦੂਜਾ ਨਹੀਂ ਪੜ੍ਹਦਾ, ਜਾਂ ਮੈਂ ਹੀ ਪੜ੍ਹ ਸਕਦਾ ਹਾਂ। ਸਵੇਰੇ ਸਵੇਰੇ ਹਉਮੈ ਦੀ ਇੱਕ ਲਹਿਰ ਆ ਗਈ ਤੁਰੰਤ ਨਿਤਨੇਮ ਤੋਂ ਬਾਅਦ। ਬੜੇ ਲੋਕ ਦੇਖੇ ਨੇ ਜੀਵਨ ਦੇ ਵਿੱਚ, ਜਦੋਂ ਨਿਤਨੇਮ ਤੋਂ ਤੁਰੰਤ ਬਾਅਦ ਹੀ ਜ਼ਿਕਰ ਕਰਨਗੇ,
ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਦਿਨ ਦੇ ਪਹਿਲੇ ਪਹਿਰ ਦੇ ਵਿੱਚ ਹੀ ਮਾਇਆ ਦੀ ਲਹਿਰ ਵਿਆਪਤ ਹੋ ਗਈ ਕਿ ਜਿਹੜੇ ਅਧਿਆਤਮਿਕ ਕਰਮ ਨੂੰ ਗੁਰੂ ਨੂੰ ਸੌਂਪ ਕੇ ਤੂੰ ਗੁਰੂ ਦੀ ਰਹਿਮਤ ਦਾ ਪਾਤਰ ਬਣਨਾ ਸੀ, ਉਹੀ ਅਧਿਆਤਮਿਕ ਕਰਮ ਦੇ ਉੱਪਰ ਹਉਮੈ ਨੇ ਆ ਕੇ ਡੇਰਾ ਲਗਾ ਲਿਆ ਅਤੇ ਗੁਰੂ ਦੀ ਕਿਰਪਾ ਤੋਂ ਤੂੰ ਦੂਰ ਰਹਿ ਗਿਆ। ਅਸੀਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਜੇ ਆਪਣੇ ਯਤਨ ਕਰਕੇ ਉੱਠ ਸਕਦੇ ਹੋਈਏ ਨਾ, ਆਪਣੇ ਯਤਨ ਕਰਕੇ ਬੰਦਾ ਉੱਠ ਸਕਦਾ ਹੋਵੇ ਤਾਂ ਐਸੇ ਨਗਰ ਦੇ ਵਿੱਚ ਸਵੇਰ ਵੇਲੇ 80% ਲੋਕ ਸੁੱਤੇ ਰਹਿੰਦੇ ਹੋਣਗੇ ਔਰ ਉਹ ਸੌਂ ਵੀ ਟਾਈਮ ਨਾਲ ਜਾਂਦੇ ਹੋਣਗੇ ਔਰ ਸਵੇਰੇ ਉੱਠ ਕੇ ਕੰਮ ਵੀ ਕੋਈ ਨਹੀਂ ਹੁੰਦਾ ਹੋਏਗਾ ਉਹਨਾਂ ਨੂੰ, ਪਰ ਤਾਂ ਵੀ ਅੰਮ੍ਰਿਤ ਵੇਲੇ ਨਹੀਂ ਉੱਠ ਸਕਦੇ। ਸਾਰੇ ਸਾਧਨ ਭਰਪੂਰ ਨੇ ਪਰ ਤਾਂ ਵੀ ਨਹੀਂ ਉੱਠ ਸਕਦੇ ਕਿਉਂਕਿ ਅਜੇ ਉਹਨਾਂ ਦੇ ਜੀਵਨ ਵਿੱਚ ਕਿਰਪਾ ਦੀ ਕੋਈ ਕਣੀ ਡਿੱਗੀ ਨਹੀਂ। ਇਸ ਕਰਕੇ ਜਿਹੜੀ ਅੰਮ੍ਰਿਤ ਵੇਲੇ ਦੀ ਸਾਧਨਾ ਭਾਵੇਂ ਅਸੀਂ ਘੰਟਾ ਕੀਤੀ ਹੈ, ਭਾਵੇਂ 2 ਘੰਟੇ ਅਤੇ ਭਾਵੇਂ 4 ਘੰਟੇ, ਉਹਨੂੰ ਮਾਲਕ ਦਾ ਤਰਸ ਅਤੇ ਉਹਦੀ ਮਿਹਰਾਮਤ ਜਾਣੋ ਕਿ ਸਰੀਰ ਦੇ ਵਿੱਚ ਜੇ ਥੋੜ੍ਹਾ ਜਿਹਾ, ਹੁਣ ਕੁਦਰਤੀ ਕਈ ਵਾਰੀ ਬੰਦੇ ਜਿਵੇਂ ਸਵੇਰ ਵੇਲੇ ਜਾਗ ਪੈਂਦੇ ਨੇ ਸਮੇਂ ਤੋਂ ਪਹਿਲਾਂ, ਤੁਰੰਤ ਬਾਅਦ ਮਨ ਵਿੱਚ ਖਿਆਲ ਆ ਜਾਂਦਾ ਚੱਲ 15 ਮਿੰਟ ਦੀ ਹੋਰ ਨੀਂਦ ਲੈ ਲੈਂਦੇ ਹਾਂ। ਉਹ 15 ਮਿੰਟ ਦੀ ਨੀਂਦ ਇੰਨੀ ਲੰਬੀ ਚਲੀ ਜਾਂਦੀ ਹੈ ਕਿ ਮੁੜ ਕੇ 8 ਵੱਜ ਜਾਂਦੇ ਨੇ। ਇਸ ਕਰਕੇ ਜਿਹੜਾ ਉੱਦਮ ਹੈ ਉਸ ਉੱਦਮ ਨੂੰ ਆਪਣੇ ਅਰਥ ਲਗਾ ਲੈਣਾ ਇਹ ਮਾਲਕ ਦਾ ਮਿਹਰ ਰੂਪ ਹੈ। ਪਰ ਮਾਇਆ ਕਿਵੇਂ ਵਿਆਪਦੀ ਹੈ ਕਿ ਇਸੇ ਅਧਿਆਤਮਿਕ ਕਰਮ ਦੀ ਹਉਮੈ ਬਣਨ ਲੱਗ ਪੈਂਦੀ ਹੈ। ਇਹ ਪਹਿਲਾ ਭਾਵ, ਪਹਿਲੀ ਲਹਿਰ ਇੰਜ ਵਿਆਪਦੀ ਹੈ। ਇੱਕ ਦਿਨ ਦਾ ਮੁਲਾਂਕਣ ਕਰਨਾ ਕਿ ਸਾਰੇ ਦਿਨ ਵਿੱਚ ਕਿਵੇਂ ਵਿਆਪਦੀ ਹੈ। ਦੂਜਾ ਜ਼ਿਕਰ ਆਪਦੇ ਸਨਮੁਖ ਰੱਖਦਿਆਂ ਜਦੋਂ ਆਪਣੇ ਕਾਰੋਬਾਰ ਧੰਦੇ 'ਤੇ ਗਿਆ, ਉੱਥੇ ਜਾ ਕੇ 2 ਸਥਿਤੀਆਂ ਤਾਂ ਘੱਟੋ ਘੱਟ ਬੰਦੇ ਨਾਲ ਵਾਪਰਦੀਆਂ ਨੇ। ਕਾਰੋਬਾਰ ਕਰਕੇ ਜੀਵਨ ਦਾ ਨਿਰਵਾਹ ਚਲਾਉਣਾ ਹੈ, ਜੀਵਨ ਦੀਆਂ ਆਪਣੀਆਂ ਸਾਰੀਆਂ ਲੋੜਾਂ ਨੂੰ ਪੂਰੀਆਂ ਕਰਨਾ ਹੈ, ਜਾਂ ਤਾਂ ਉੱਥੇ ਜਾ ਕੇ ਲੋਭ ਦੀ ਪ੍ਰਵਿਰਤੀ ਭਾਰੂ ਹੋ ਜਾਏ ਕਿ ਬਹੁਤ ਕੁਝ ਸੰਚ ਲਵਾਂ, ਅਤੇ ਜੇ ਲੋਭ ਦੀ ਪ੍ਰਵਿਰਤੀ ਪੂਰੀ ਹੋ ਗਈ ਉਹ ਅੱਗੇ ਤ੍ਰਿਸ਼ਨਾ ਬਣ ਜਾਏਗੀ। ਭਾਵ ਕਿ ਸੰਸਾਰਿਕ ਧੰਦਿਆਂ ਦੇ ਵਿੱਚ ਮਾਇਆ ਦੀ ਲਹਿਰ ਜਿਹੜੀ ਹੈ ਉਹ ਬੰਦੇ ਨੂੰ ਕਿਸੇ ਨਾ ਕਿਸੇ ਢੰਗ ਨਾਲ ਵਿਆਪੇਗੀ। ਉਹ ਆਪਣੇ ਜੀਵਨ ਨੂੰ ਸਤ ਸੰਤੋਖ ਦੇ ਸੰਜਮ ਨਾਲ ਚਲਾਉਣਾ ਨਹੀਂ ਸਮਝੇਗਾ। ਉਹਨੇ ਆਪਣੀ ਕਿਰਤ ਦੇ 2 ਹੀ ਨੁਕਤੇ ਰੱਖੇ ਹੋਏ ਹਨ, ਇੱਕ ਲੋਭ ਦੀ ਪੂਰਤੀ, ਇੱਕ ਜਿਹੜਾ ਤ੍ਰਿਸ਼ਨਾ ਦੇ ਵੱਲ ਅਗਰਸਰ ਰਹਿਣਾ। ਫਿਰ ਸਾਰਾ ਦਿਨ ਕਾਰੋਬਾਰ ਕਰਕੇ ਪਰਿਵਾਰ ਵਿੱਚ ਆ ਬੈਠਾ ਹੈ ਤਾਂ ਪਰਿਵਾਰ ਦੀਆਂ ਵਾਸਨਾਵਾਂ ਵਿਆਪਣਗੀਆਂ। ਰਾਤ ਸਮੇਂ ਫਿਰ ਸਾਰੇ ਦਿਨ ਦੀ ਸਿਮਰਤੀ ਵਿਆਪੇਗੀ। ਭਾਵ ਕਿ ਫਿਰ ਇਹਦੇ ਵਿੱਚ ਕਈ ਹੋਰ ਨੁਕਤੇ ਚੱਲਦੇ ਹਨ। ਕਿਸੇ ਨੇ ਇਹਦੀ ਹਸਤੀ ਤੋਂ ਇਨਕਾਰ ਕਰ ਦਿੱਤਾ, ਭਾਵ ਜੋ ਜੀਵ ਆਪਣੇ ਆਪ ਨੂੰ ਸਮਝਦਾ ਹੈ ਗਿਆਨੀ ਸਮਝਦਾ, ਜੇ ਕਿਸੇ ਨੇ ਕਹਿ ਦਿੱਤਾ ਤੁਸੀਂ ਗਿਆਨੀ ਨਹੀਂ ਹੋ। ਆਪਣੇ ਆਪ ਨੂੰ ਸਫਲ ਕਾਰੋਬਾਰੀ ਸਮਝਦਾ, ਕਿਸੇ ਨੇ ਕਹਿ ਦਿੱਤਾ ਤੁਸੀਂ ਸਫਲ ਕਾਰੋਬਾਰੀ ਨਹੀਂ ਹੋ। ਇੰਨੇ ਵਾਕ ਕਹਿਣ ਦੇ ਨਾਲ ਹੀ ਕ੍ਰੋਧ ਅਤੇ ਅਹੰਕਾਰ ਦੀ ਅਗਨੀ ਅੰਦਰੋਂ ਪ੍ਰਚੰਡ ਹੋ ਜਾਂਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਝੜ ਝੱਖੜ ਓਹਾਲ ਲਹਿਰੀ ਵਹਿਨ ਲਖੇਸਰੀ। ਇੱਕ ਦਿਨ ਦੇ ਵਿੱਚ ਹਜ਼ਾਰਾਂ ਲਹਿਰਾਂ ਆਉਂਦੀਆਂ ਨੇ। ਕਦੀ ਕ੍ਰੋਧ ਦੀ ਲਹਿਰ ਆਉਂਦੀ ਹੈ, ਅੱਗੇ ਜ਼ਿਕਰ ਹੈ ਓਹਾੜ। ਤੂਫਾਨ ਦੇ ਵਿੱਚ ਕੀ ਹੁੰਦਾ, ਵੱਡੀਆਂ ਵੱਡੀਆਂ ਚੀਜ਼ਾਂ ਢਹਿ ਜਾਂਦੀਆਂ ਨੇ। ਜ਼ਿੰਦਗੀ ਭਰ ਦਾ ਭਲੇ ਬੰਦਿਆਂ ਵਾਲਾ ਸੁਭਾਅ, ਕਈ ਵਾਰੀ ਕ੍ਰੋਧ ਦੀ ਇਹੋ ਜਿਹੀ ਲਹਿਰ ਆਉਂਦੀ ਹੈ, ਇੱਕ ਖਿਣ ਦੇ ਵਿੱਚ 30 ਸਾਲਾਂ ਦੀ ਨਿਮਰਤਾ ਜਿਹੜੀ ਨਾਸ਼ ਹੋ ਜਾਂਦੀ ਹੈ। ਇੰਨਾ ਜ਼ਿਆਦਾ ਕ੍ਰੋਧ ਦੇ ਵਿੱਚ ਆ ਕੇ ਬੰਦਾ ਦਾਨਵ ਬਣ ਜਾਂਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਲਹਿਰੀ ਵਹਿਨ ਲਖੇਸਰੀ। ਲੱਖਾਂ ਤਰ੍ਹਾਂ ਦੀਆਂ ਲਹਿਰਾਂ ਇੱਕ ਦਿਨ ਜੀਵਨ ਦੇ ਵਿੱਚ ਚੱਲਦੀਆਂ ਨੇ। ਸਤਿਗੁਰ ਸਿਉ ਆ ਲਾਏ। ਆਪਣੇ ਸਤਿਗੁਰੂ ਦੇ ਚਰਨਾਂ ਨਾਲ ਭਾਵ ਜੋੜ ਕੇ ਰੱਖੋ, ਬੇੜੇ ਡੁੱਬਣ ਨਾਹੇ ਭਉ। ਮਨ ਦੇ ਵਿੱਚ ਵਿਕਾਰਾਂ ਦੀਆਂ ਲਹਿਰਾਂ ਕਦੇ ਡੁਬਾ ਹੀ ਨਹੀਂ ਸਕਣਗੀਆਂ, ਕਦੇ ਜੀਵਨ ਦੇ ਬੇੜੇ ਨੂੰ ਡੁਲਾ ਹੀ ਨਹੀਂ ਸਕਣਗੀਆਂ। ਕਿਵੇਂ? ਹੁਣ ਜ਼ਿਕਰ ਰੱਖਦੇ ਹਾਂ ਸਤਿਗੁਰੂ ਸਾਹਿਬ ਦੀ ਇਸ ਬਾਣੀ, ਬਾਵਨ ਬਾਣੀ ਪੜ੍ਹਦੇ ਹਾਂ। ਸਤਿਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਅਹੰਕਾਰ ਦੇ ਸੰਬੰਧ ਵਿੱਚ ਸਾਨੂੰ ਬਖਸ਼ਿਸ਼ ਕਰਦੇ ਹਨ। ਹਰ ਜੀਉ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਜਾਂ ਅਹੰਕਾਰ ਦੇ ਸੰਬੰਧ ਵਿੱਚ ਆਉਂਦਾ ਹੈ ਕਿ ਜਗਤ ਦੇ ਵਿੱਚ ਜਿਤਨੇ ਅਹੰਕਾਰ ਕਰਨ ਵਾਲੇ ਸਾਰੇ ਪਚ ਗਏ ਹਨ, ਕੋਈ ਥਿਰ ਨਹੀਂ ਰਿਹਾ। ਤਾਂ ਫਿਰ ਸਮਝ ਆਉਂਦਾ ਹੈ ਕਿ ਅਹੰਕਾਰ ਕਿਸ ਦਾ ਕਰਨਾ। ਬਾਣੀ ਦੇ ਵਿੱਚ ਵਾਕ ਜਾਂ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਗਾਰਬ ਹੰਡੀਏ, ਕਿ ਜਦੋਂ ਰਹਿਣਾ ਹੀ ਨਹੀਂ ਤਾਂ ਫਿਰ ਕਿਸੇ ਨਾਲ ਹੰਕਾਰ ਕਰਕੇ ਝਗੜਾ ਕਿਉਂ ਕਰਨਾ। ਜਦੋਂ ਪਤਾ ਹੈ ਲੋਭ ਕਰਕੇ ਸੰਚੇ ਹੋਏ ਪਦਾਰਥ ਨਾਲ ਨਹੀਂ ਜਾਣੇ, ਫਿਰ ਲੋਭ ਦੀ ਲਹਿਰ ਨੂੰ ਕਿਉਂ ਅੱਗੇ ਵਧਾਉਣਾ। ਜੇ ਪਤਾ ਹੈ ਮੋਹ ਦੇ ਕਰਕੇ ਸੰਬੰਧੀਆਂ ਦੇ ਪਸਾਰੇ ਨਾਲ ਬਣਾਇਆ ਹੋਇਆ ਵਿਸ਼ਾਲ ਦਾਰਾ, ਅੰਤਮ ਸਮੇਂ ਇੱਕ ਵੀ ਸਾਥੀ ਨਹੀਂ ਨਾਲ ਚੱਲੇਗਾ, ਤਾਂ ਫਿਰ ਮੋਹ ਦੇ ਪਸਾਰੇ ਨੂੰ ਬਹੁਤਾ ਕਿਉਂ ਵਧਾਉਣਾ।
ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸ ਕਰਕੇ ਸਤਿਗੁਰ ਸਿਉ ਆਲਾਏ। ਆਲਾਏ ਦਾ ਭਾਵ ਉਚਾਰਨਾ, ਆਪਣੇ ਮੁਖ ਤੋਂ ਆਰਾਧਨਾ, ਕਿ ਆਪਣੇ ਸਤਿਗੁਰੂ ਦੇ ਸ਼ਬਦ ਪ੍ਰਤੀ ਉਚਾਰਨਾ ਕਰ, ਉਹਦੇ ਨਾਲ ਭਾਵ ਜੋੜ, ਤਾਂ ਫਿਰ ਤੇਰੇ ਜੀਵਨ ਦੇ ਬੇੜੇ ਨੂੰ ਡੁੱਬਣ ਦਾ ਕੋਈ ਭਉ, ਕੋਈ ਡਰ ਨਹੀਂ ਰਹੇਗਾ। ਨਾਨਕ ਦੁਨੀਆ ਕੈਸੀ ਹੋਈ। ਹੁਣ ਅਗਲੇ ਸ਼ਲੋਕ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੁਨੀਆ ਦਾ ਅਨੁਭਵ ਪੇਸ਼ ਕਰਦੇ ਨੇ। ਸਿਆਣੇ ਪੁਰਖਾਂ ਨੇ ਦੁਨੀਆ ਦੇ ਅਰਥ ਕੀਤੇ ਹਨ ਦੋ ਨੀਹਾਂ। ਦੋ ਨੀਹਾਂ ਦਾ ਭਾਵ ਜਿਵੇਂ ਅਸੀਂ ਮਹਿਲ ਉਸਾਰਨਾ ਹੋਵੇ, ਇੱਕ ਨੀਂਹ 'ਤੇ ਹੀ ਉਸਾਰਦੇ ਹਾਂ, ਚਾਹੇ ਉਹ ਕਿੰਨੀ ਵੀ ਚੌੜੀ ਕਿਉਂ ਨਾ ਹੋਵੇ। ਦੋ ਨੀਹਾਂ ਦਾ ਭਾਵ ਸਰਲ ਢੰਗ ਦੇ ਨਾਲ ਇਹ ਹੈ ਕਿ ਦੁਨੀਆ ਦਾ ਮਤਲਬ ਜਿੱਥੇ ਸੁੱਖ ਦੀ ਪ੍ਰਾਪਤੀ ਲਈ ਯਤਨ ਕਰੋਗੇ ਦੁੱਖ ਆਏਗਾ, ਉਸਤਤ ਦੇ ਲਈ ਭੱਜੋਗੇ ਨਿੰਦਿਆ ਪੱਲੇ ਪਏਗੀ, ਲਾਭ ਦੇ ਲਈ ਯਤਨ ਕਰੋਗੇ ਹਾਨੀ ਮਗਰ ਮਗਰ ਚੱਲੇਗੀ, ਜੀਵਨ ਦੀ ਲਾਲਸਾ ਕਰੋਗੇ ਮੌਤ ਮਗਰ ਮਗਰ ਚੱਲੇਗੀ। ਇਹਨੂੰ ਦੁਨੀਆ ਕਿਹਾ ਜਾਂਦਾ। ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਨਾਨਕ ਦੁਨੀਆ ਕੈਸੀ ਹੋਈ। ਅਸੀਂ 100 ਸਾਲ ਦੀ ਉਮਰ ਬਤੀਤ ਕਰ ਲੈਂਦੇ ਹਾਂ। ਕੋਈ ਸਾਨੂੰ ਅੰਤਮ ਸਮੇਂ ਪੁੱਛ ਲੈ ਕਿ ਆਹ ਦੁਨੀਆ ਬਾਰੇ ਦੋ ਵਾਕ ਦੱਸ ਕਮਾਲ ਦੇ, ਜਿਹੜੇ ਤੂੰ ਕਮਾਏ ਨੇ, ਸਾਡੇ ਕੋਲ ਨਹੀਂ ਹੋਣਗੇ, ਕਿਉਂਕਿ ਅਸੀਂ ਦੁਨੀਆ ਨੂੰ ਦੁਨੀਆ ਦੇ ਢੰਗ ਤੋਂ ਜੀਵਿਆ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਦੁਨੀਆ ਕੈਸੀ ਹੋਈ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਗਤ ਜਲੰਦੇ ਨੂੰ ਤਾਰਨ ਦੇ ਲਈ ਆਪਣਾ ਸਮੁੱਚਾ ਜੀਵਨ ਲੋਕਾਈ ਨੂੰ ਅਰਪਣ ਕਰ ਦਿੱਤਾ। ਤਾਂ ਗੁਰੂ ਸਾਹਿਬ ਜੀ ਸਾਰੇ ਸੰਸਾਰ ਵਿੱਚ ਵਿਚਰ ਕੇ ਸਭ ਤਰ੍ਹਾਂ ਦੇ ਸਿਲਸਿਲਿਆਂ ਵਿੱਚੋਂ ਲੰਘ ਕੇ ਇਹ ਬਾਤ ਕਹਿ ਰਹੇ ਹਨ, ਨਾਨਕ ਦੁਨੀਆ ਕੈਸੀ ਹੋਈ। ਕਹਿੰਦੇ ਦੁਨੀਆ ਦਾ ਰੂਪ ਕਿਹੋ ਜਿਹਾ ਹੈ, ਇਹ ਦੁਨੀਆ ਅਸਲ ਦੇ ਵਿੱਚ ਹੈ ਕਿਹੋ ਜੀ। ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਸਾਲਕ ਮਿਤ ਨਾ ਰਹਿਓ ਕੋਈ, ਕਿ ਜੇ ਮੈਂ ਦੁਨੀਆ ਦੇ ਅਨੁਸਾਰ ਹੀ ਚੱਲਾਂ ਤਾਂ ਦੁਨੀਆ ਦੀ ਨਜ਼ਰ ਤੋਂ ਸਫਲ ਗਿਣਿਆ ਜਾਂਦਾ ਹਾਂ, ਪਰ ਨਿਰੰਕਾਰ ਦੀ ਨਜ਼ਰ ਦੇ ਵਿੱਚ ਅਧੂਰਾ ਸਾਬਤ ਹੋ ਜਾਂਦਾ। ਕਿਉਂਕਿ ਦੁਨੀਆ ਨੇ ਸਾਡੇ ਲਈ ਕੀ ਮਾਪਦੰਡ ਬਣਾਏ ਨੇ, ਬਹੁਤ ਲੰਬੀ ਪੜ੍ਹਾਈ ਕਰੋ, ਬਹੁਤ ਵੱਡੇ ਕਾਰੋਬਾਰੀ ਬਣੋ, ਬਹੁਤ ਵੱਡਾ ਤੁਹਾਡਾ ਪਰਿਵਾਰ ਹੋਵੇ, ਬੜੀ ਵੱਡੀ ਤੁਹਾਡੀ ਇੱਜ਼ਤ ਹੋਵੇ। ਦੁਨੀਆ ਨੇ ਸਾਡੇ ਸਫਲ ਹੋਣ ਦੇ ਇਹ ਮਾਪਦੰਡ ਬਣਾਏ ਨੇ ਕਿ ਜੇ ਇਹਨਾਂ ਮਾਪਦੰਡਾਂ ਦੇ ਵਿੱਚ ਪੂਰੇ ਉਤਰੋਗੇ ਤਾਂ ਇਸ ਦੁਨੀਆ ਦੇ ਤੁਸੀਂ ਚੰਗੇ ਨਾਗਰਿਕ ਹੋ, ਨਹੀਂ ਤਾਂ ਤੁਸੀਂ ਇਸ ਦੁਨੀਆ ਦੇ ਵਾਸੀ ਨਹੀਂ ਹੋ। ਬਹੁਤ ਲੰਬੀ ਪੜ੍ਹਾਈ ਕਰੋ, ਬਹੁਤ ਲੰਬੀ ਪੜ੍ਹਾਈ ਕਰੋ, ਭਾਵ ਗੁਰਬਾਣੀ ਦਾ ਭਾਵੇਂ ਇੱਕ ਸਤਰ ਦਾ ਅਮਲ ਨਾ ਪਤਾ ਹੋਵੇ, ਬਹੁਤ ਵੱਡਾ ਧਨ ਪਦਾਰਥ ਜੋੜੋ, ਦਾਨ ਦਾ ਭਾਵੇਂ 1 ਰੁਪਏ ਦਾ ਸੁਭਾਅ ਨਾ ਹੋਵੇ, ਤਾਂ ਗੁਰੂ ਸਾਹਿਬ ਜੀ ਕਹਿੰਦੇ ਸਾਲਕ ਮਿਤ ਨਾ ਰਹੇ ਉਹ ਕੋਈ। ਜਦੋਂ ਤੱਕ ਦੁਨੀਆ ਦੇ ਅਰਥ ਲਈ ਜਿਉਂਦੇ ਰਹਿੰਦੇ ਹਾਂ ਉਦੋਂ ਤੱਕ ਦੁਨੀਆ ਸਾਨੂੰ ਠੀਕ ਮੰਨਦੀ ਹੈ ਜਾਂ ਦੁਨੀਆ ਆਪਣੇ ਨਾਲ ਚਲਾਉਣਾ ਪ੍ਰਵਾਨ ਕਰਦੀ ਹੈ। ਉਦਾਹਰਨ ਦੇ ਤੌਰ 'ਤੇ ਕੋਈ ਬੱਚਾ ਨੌਜਵਾਨ ਹੋ ਕੇ ਕਹਿ ਦੇ ਕਿ ਨਹੀਂ ਜੀ ਮੈਂ ਤਾਂ ਧਰਮ ਦੇ ਮਾਰਗ 'ਤੇ ਚੱਲਦਿਆਂ ਹੋਇਆ ਆਪਣੇ ਜੀਵਨ ਨੂੰ ਸੰਵਾਰਨਾ ਹੈ, ਤਾਂ ਮੈਨੂੰ ਕਿਸੇ ਵੱਖਰੇ ਤੌਰ 'ਤੇ ਰਹਿਣ ਦੇ ਲਈ ਬੰਦਗੀ ਕਰਮ ਕਰਨ ਦੀ, ਸੇਵਾ ਕਰਮ ਕਰਨ ਦੀ ਆਗਿਆ ਦੇ ਦਿਓ। ਯਕੀਨਨ ਦੁਨੀਆ ਦੇ ਵਿੱਚ 95% ਮਾਤਾ ਪਿਤਾ ਸਹਿਮਤ ਨਹੀਂ ਹੋਣਗੇ। ਉਹ ਕਹਿਣਗੇ 18 ਸਾਲ ਪਾਲਿਆ ਹੈ, ਪੜ੍ਹਾਈ ਕਰਾਈ ਹੈ, ਹੋਰ ਤੇਰੀਆਂ ਇੱਛਾਵਾਂ ਪੂਰੀਆਂ ਕੀਤੀਆਂ ਨੇ, ਸਾਡੇ ਲੋੜਾਂ ਦੀ ਪੂਰਤੀ ਕਰ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮਾਤਾ ਪਿਤਾ ਨੇ ਵੀ ਕਿਹਾ ਸੀ ਕਿ ਠੀਕ ਹੈ ਤੁਹਾਡੇ ਅੰਦਰ ਭਗਤੀ ਦੀ ਲਾਗ ਲੱਗੀ ਹੈ, ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ, ਸਾਨੂੰ ਤਾਂ ਸਾਡੇ ਪਸ਼ੂ ਚਰਾਓ, ਸਾਡੀ ਖੇਤੀ ਸੰਭਾਲੋ, ਜੇ ਉਹ ਨਹੀਂ ਵੱਸ ਚੱਲਿਆ ਤਾਂ ਮੋਦੀ ਖਾਨਾ ਸੰਭਾਲੋ। ਗੁਰੂ ਸਾਹਿਬ ਜੀ ਕਹਿੰਦੇ ਨਾਨਕ ਦੁਨੀਆ ਕੈਸੀ ਹੋਈ, ਕਿ ਜਦੋਂ ਦੁਨੀਆ ਦੇ ਅਰਥ ਨਾਲ ਚੱਲੋਗੇ ਦੁਨੀਆ ਤੁਹਾਨੂੰ ਤਾਂ ਪ੍ਰਵਾਨ ਕਰੇਗੀ। ਆਪਣੇ ਜੀਵਨ ਨੂੰ ਸੰਵਾਰਨ ਦੇ ਲਈ ਜਦੋਂ ਭਗਤੀ ਦਾ, ਧਰਮ ਦਾ, ਅਧਿਆਤਮ ਦਾ ਸ਼ੁਭ ਮਾਰਗ ਥੋੜ੍ਹਾ ਜਿਹਾ ਵੀ ਚੁਣੋਗੇ ਤਾਂ ਦੁਨੀਆ ਦਾ ਇਤਰਾਜ਼ ਪੈਦਾ ਹੋਣਾ ਸ਼ੁਰੂ ਹੋ ਜਾਏਗਾ। ਜੀਵਨ ਦੇ ਵਿੱਚ ਕਿੰਨਾ ਤਰਾਸਦੀ ਹੈ। ਕੁਝ ਪਿਛਲੇ ਮਹੀਨਿਆਂ ਦੇ ਵਿੱਚ ਕਈ ਬਜ਼ੁਰਗਾਂ ਨਾਲ ਬਾਤ ਕੀਤੀ ਕਿ ਤੁਹਾਡਾ ਗੁਰੂ ਘਰ ਆਉਣਾ ਕਿਉਂ ਨਹੀਂ ਹੁੰਦਾ। ਜੀਵਨ ਉਹਨਾਂ ਦਾ ਕਿਸੇ ਕੰਮ ਦਾ ਨਹੀਂ ਹੈ। ਇਹ ਨਹੀਂ ਕਿ ਅੱਜ ਬਜ਼ੁਰਗ ਨੇ ਤਾਂ ਕੋਈ ਬਹੁਤ ਵੱਡੇ ਕੰਮ ਨੂੰ ਅੰਜਾਮ ਦੇ ਸਕਦੇ ਨੇ, ਇੱਥੋਂ ਤੱਕ ਕਿ ਆਪਣੀਆਂ ਸਰੀਰਕ ਕਿਰਿਆਵਾਂ ਨੂੰ ਵੀ ਅੰਜਾਮ ਠੀਕ ਢੰਗ ਦੇ ਨਾਲ ਨਹੀਂ ਦੇ ਸਕਦੇ, ਪਰ ਪਰਿਵਾਰ ਦਾ ਕੁੰਡਾ ਫਿਰ ਉਹਨਾਂ 'ਤੇ ਲੱਗਾ ਹੋਇਆ ਹੈ। ਪਰਿਵਾਰ ਦਾ ਕੁੰਡਾ ਉਹਨਾਂ 'ਤੇ ਫਿਰ ਲੱਗਾ ਹੋਇਆ ਕਿ ਤੁਸੀਂ ਨਹੀਂ ਜਾਣਾ ਗੁਰੂ ਘਰ, ਮੁਸ਼ਕਿਲ ਹੋ ਜਾਏਗੀ, ਕੋਈ ਬਿਪਤਾ ਬਣ ਜਾਏਗੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਦੁਨੀਆ ਕੈਸੀ ਹੋਈ। ਦੁਨੀਆ ਦਾ ਰੂਪ ਤਾਂ ਦੇਖੋ ਕਿ ਜਦੋਂ ਤੁਸੀਂ ਆਪਣੇ ਜੀਵਨ ਨੂੰ ਠੀਕ ਅਰਥਾਂ ਦੇ ਵਿੱਚ ਸੰਵਾਰਨ ਦੇ ਲਈ ਚੱਲਦੇ ਹੋ, ਦੁਨੀਆ ਤੁਹਾਡੇ ਪ੍ਰਤੀਰੋਧ ਦੇ ਵਿੱਚ ਖੜਾ ਹੋ ਜਾਂਦੀ ਹੈ। ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਸੇ ਨਾ ਕਿਸੇ ਢੰਗ ਦੇ ਨਾਲ ਉਹ ਆਪਣਾ ਆਪ ਜ਼ਾਹਰ ਕਰਦੀ ਹੈ।
ਤਾਂ ਗੁਰੂ ਸਾਹਿਬ ਜੀ ਕਹਿੰਦੇ ਸਾਲਕ ਮਿੱਤ ਨਾ ਰਹਿਓ ਕੋਈ। ਇਹਨਾਂ ਦੀ ਨਜ਼ਰ ਵਿੱਚ ਪ੍ਰਵਾਨ ਚੜ੍ਹਨ ਦੇ ਲਈ ਪਦਾਰਥ ਕਮਾਉਣਾ ਸੀ ਤਾਂ 20-20 ਘੰਟੇ ਵੀ ਦਿਨ 'ਚ ਮਿਹਨਤ ਕੀਤੀ, ਉਦੋਂ ਚੰਗਾ ਕਹਿੰਦੇ ਸਨ। ਅੱਜ ਆਪਣਾ ਜੀਵਨ ਸਵਾਰਨ ਦੇ ਲਈ ਇੱਕ ਦਿਨ ਪੂਰਾ ਗੁਰੂ ਘਰ ਬਤੀਤ ਕਰ ਦਿੱਤਾ ਹੈ ਅਤੇ ਤਨਜ ਮਾਰਦੇ ਨੇ ਕਿ ਤੁਸੀਂ ਉੱਥੇ ਪੱਕੇ ਹੀ ਚੜ੍ਹ ਜਾਓ। ਗੁਰੂ ਸਾਹਿਬ ਜੀ ਕਹਿੰਦੇ ਸਾਲਕ ਮਿੱਤ ਨਾ ਰਹਿਓ ਕੋਈ, ਕਿ ਜਦੋਂ ਚਿਰ ਦੁਨੀਆ ਦੇ ਅਰਥ ਤੋਂ ਚੱਲਣਾ। ਔਰ ਦੁਨੀਆ ਦਾ ਅਰਥ ਕੀ ਹੈ? ਦੁਨੀਆ ਦਾ ਅਰਥ ਇਹ ਹੈ ਕਿ ਇਹਨਾਂ ਦੇ ਅਰਥ 'ਚ ਪੂਰੇ ਹੁੰਦਿਆਂ ਲਈ ਪਾਪ ਜਿੰਨਾ ਮਰਜ਼ੀ ਕਰਨਾ ਪਵੇ। ਹੁਣ ਜਿਵੇਂ ਇੱਕ ਪਰਿਵਾਰ ਹੈ, ਉਹ ਆਪਣੇ ਮੁਖੀ ਤੋਂ ਜਿਹੜਾ ਮਿਹਨਤ ਕਰਦਾ ਉਹਦੇ ਤੋਂ ਇਹ ਆਸ ਲਗਾਉਂਦਾ ਕਿ ਸਾਡੀਆਂ ਸਾਰੀਆਂ ਲੋੜਾਂ ਦੀ ਪੂਰਤੀ ਕਰੇ, ਸਾਡੀਆਂ ਸਾਰੀਆਂ ਇੱਛਾ ਪੂਰੀਆਂ ਕਰੇ। ਪਰ ਉਹਨਾਂ ਇੱਛਾਵਾਂ ਲੋੜਾਂ ਨੂੰ ਪੂਰੀਆਂ ਕਰਦਿਆਂ ਪਰਿਵਾਰ ਦਾ ਮੁਖੀ ਕਿੰਨੇ ਪਾਪਾਂ ਨੂੰ ਅੰਜਾਮ ਦੇ ਕੇ ਆਪਣੇ ਸਿਰ ਪਾਪਾਂ ਦਾ ਭਾਰ ਲਵੇਗਾ, ਪਰਿਵਾਰ ਇਹਦੀ ਫਿਕਰ ਨਹੀਂ ਕਰਦਾ। ਜਿਵੇਂ ਵਾਲਮੀਕ ਦੇ ਪਰਿਵਾਰ ਨੇ ਕਹਿ ਦਿੱਤਾ ਸੀ, ਵਾਲਮੀਕ ਦੇ ਨੇ, ਕਿ ਭਾਈ ਸਾਨੂੰ ਪਾਲਣਾ, ਮਾਤਾ ਪਿਤਾ ਨੇ ਕਿਹਾ ਸਾਨੂੰ ਪਾਲਿਆ, ਅਸੀਂ ਤੈਨੂੰ ਪਾਲਿਆ, ਤੈਨੂੰ ਹੁਣ ਸਾਨੂੰ ਪਾਲਣਾ ਤੇਰਾ ਫਰਜ਼ ਹੈ, ਇਸ ਕਰਕੇ ਅਸੀਂ ਤੇਰੇ ਪਾਪ ਕਰਮ ਵਿੱਚ ਸਹਾਇਕ ਨਹੀਂ ਹਾਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਦੁਨੀਆ ਕੈਸੀ ਹੋਈ। ਇਹਨਾਂ ਦੇ ਹਿੱਤ ਦੀ ਪੂਰਤੀ ਕਰਦਿਆਂ ਬੰਦਾ ਜ਼ਿੰਦਗੀ 'ਚ ਪਾਪਾਂ ਦੀ ਪੰਡ ਸਿਰ 'ਤੇ ਚੁੱਕ ਲੈਂਦਾ ਹੈ। ਇਹਨਾਂ ਕਰਕੇ ਚੁੱਕੀ ਭਾਰੇ ਪਾਪ ਦੀ ਪੰਡ ਵੰਡਾਉਣ ਦੇ ਲਈ ਜਰਾ ਜਿੰਨੇ ਸਹਾਇਕ ਵੀ ਨਹੀਂ ਹੁੰਦੇ। ਇਹ ਦੁਨੀਆ ਦੀ ਕਰੂਪਤਾ ਹੈ। ਇਸ ਕਰਕੇ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੀ ਚਾਲ ਬਚਪਨ ਤੋਂ ਹੀ ਨਿਰਾਲੀ ਰੱਖੀ। ਨਿਰਾਲੀ ਰੱਖਣ ਦਾ ਮਤਲਬ ਹੈ ਜੇ ਮੈਂ ਦੁਨੀਆ ਦੇ ਹਿੱਤ ਵਿੱਚ ਪੁੱਗ ਗਿਆ ਫਿਰ ਤਾਂ ਮੈਂ ਮਾਲਕ ਦਾ ਵੀ ਵਫਾਦਾਰ ਨਹੀਂ ਰਿਹਾ, ਕਿਉਂਕਿ ਜੋਤ ਉਹਨੇ ਦਿੱਤੀ ਹੈ, ਸਰੀਰ ਉਹਨੇ ਦਿੱਤਾ ਹੈ, ਪ੍ਰਾਣ ਉਹਨੇ ਦਿੱਤਾ ਹੈ, ਅਤੇ ਜਿਹੜੀ ਗੁਰੂ ਦੇ ਗਿਆਨ ਦੁਆਰਾ ਸਮਝ ਹੈ ਉਹ ਵੀ ਅਕਾਲ ਪੁਰਖ ਨੇ ਦਿੱਤੀ। ਦੁਨੀਆ ਤਾਂ ਕੀ ਹੈ? ਦੁਨੀਆ ਤਾਂ ਇੱਕ ਛਲਾਵੇ ਵਾਂਗ ਹੈ ਕਿ ਤੁਹਾਡੀ ਪ੍ਰਤਿਭਾ ਨੂੰ ਵੀ, ਜਿਹੜੀ ਪ੍ਰਤਿਭਾ ਨੇ ਕਿਸੇ ਵੱਡੇ ਅਧਿਆਤਮਕ, ਹੁਣ ਜੇ ਗੁਰੂ ਨਾਨਕ ਦੇਵ ਸਾਹਿਬ ਜੀ ਮੋਦੀਖਾਨੇ ਤੱਕ ਹੀ ਸੀਮਤ ਰਹਿ ਜਾਂਦੇ ਤਾਂ ਪਤਾ ਕਿੰਨਾ ਇਤਿਹਾਸ ਜ਼ਿਕਰ ਆਇਆ ਕਰਨਾ ਸੀ। ਹੁਣ ਤਾਂ ਜ਼ਿਕਰ ਆਉਂਦਾ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦੌਲਤ ਖਾਂ ਦਾ ਜ਼ਿਕਰ ਬਾਅਦ ਦੇ ਵਿੱਚ ਆਉਂਦਾ ਹੈ, ਭਾਈ ਜੈ ਰਾਮ ਦਾ ਜ਼ਿਕਰ ਬਾਅਦ ਦੇ ਵਿੱਚ ਆਉਂਦਾ ਹੈ, ਗੁਰੂ ਨਾਨਕ ਦੇਵ ਸਾਹਿਬ ਦਾ ਜ਼ਿਕਰ ਪਹਿਲਾਂ ਆਉਂਦਾ। ਜੇ ਇਕੱਲਾ ਮੋਦੀਖਾਨੇ ਤੱਕ ਸੀਮਤ ਰਹਿ ਜਾਂਦੇ ਤਾਂ ਵੱਧ ਤੋਂ ਵੱਧ ਇੰਨਾ ਜ਼ਿਕਰ ਆਉਣਾ ਸੀ ਕਿ ਜਿਹੜਾ ਮੁਗਲ ਕਾਲ ਦੇ ਸਮੇਂ ਜਿਹੜਾ ਸੀ ਪੰਜਾਬ ਦਾ ਨਵਾਬ ਜਾਂ ਸੁਲਤਾਨਪੁਰ ਦਾ ਨਵਾਬ ਦੌਲਤ ਖਾਂ ਲੋਧੀ ਸੀ, ਉਹਦੇ ਇੰਨੇ ਸਾਲਾਂ ਤੋਂ ਲੈ ਕੇ ਇੰਨੇ ਸਾਲਾਂ ਤੱਕ ਇੱਕ ਮੋਦੀਖਾਨੇ ਦਾ ਜਿਹੜਾ ਮੁੱਖ ਪ੍ਰਬੰਧਕ ਗੁਰੂ ਨਾਨਕ ਦੇਵ ਸਾਹਿਬ ਰਹੇ, ਉਹ ਥੋੜ੍ਹਾ ਬਹੁਤਾ ਦਾਨ ਕਰਦੇ ਰਹੇ ਅਤੇ ਇੰਨੇ ਸਾਲ ਉਹਨਾਂ ਨੇ ਮੋਦੀਖਾਨੇ ਦੀ ਨੌਕਰੀ ਕੀਤੀ, ਗੱਲ ਸਮਾਪਤ। ਅੱਗੇ ਕੋਈ ਜ਼ਿਕਰ ਨਹੀਂ ਸੀ ਚੱਲਣਾ। ਪਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਸ ਸਮੇਂ ਰਹਿੰਦਿਆਂ ਵੀ ਧਰਮ ਦੀ ਸਾਧਨਾ ਕੀਤੀ। ਦੁਨੀਆ ਕੀ ਕਹਿੰਦੀ ਹੈ? ਦੁਨੀਆ ਕਹਿੰਦੀ ਹੈ ਕੰਡੇ ਵਿੱਚ ਹੇਰ ਫੇਰ ਕਰ ਲਓ, ਘੱਟ ਤੋਲੋ। ਗੁਰੂ ਨਾਨਕ ਸਾਹਿਬ ਨੇ ਉੱਥੇ ਵੱਧ ਤੋਲਿਆ, ਦੁਨੀਆ ਦੀ ਫਿਤਰਤ ਤੋਂ ਪਰਾਂ ਜਾ ਕੇ ਕੰਮ ਕੀਤਾ। ਵੱਧ ਤੋਲਣ ਦਾ ਭਾਵ ਦੋ ਤਰੀਕਿਆਂ ਨਾਲ ਸਮਝਿਆ ਜਾ ਸਕਦਾ ਹੈ ਕਿ ਉਹ ਹਰ ਘਾਟ ਨੂੰ ਪੂਰੇ ਕਰਨ ਦੇ ਸਮਰੱਥ ਨੇ। ਦੂਜਾ, ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਰੋਜ਼ਾਨਾ 12 ਤੋਂ 18 ਕਿਲੋ ਰੋਜ਼ੀਨਾ ਮਿਲਦਾ ਸੀ ਦਾਣਿਆਂ ਦਾ, ਅਨਾਜ ਦਾ। ਉਹ ਆਪਣੇ ਪਰਿਵਾਰ ਦੇ ਵਿੱਚ ਭੁਗਤਾਉਣ ਦੀ ਬਜਾਏ ਉਹੀ ਲੋੜਵੰਦਾਂ ਵਿੱਚ ਵੰਡ ਦਿੰਦੇ ਸਨ। ਸਾਨੂੰ ਦੁਨੀਆ ਸਿਖਾਉਂਦੀ ਹੈ ਕਿ ਨਹੀਂ ਕਿ ਜਿਹੜਾ ਘੱਟ ਤੋਲਣਾ ਸਿੱਖੋ। ਆ ਜਦ ਕਦੇ ਜਿਹੜੇ ਫੂਡ ਸਪਲਾਈ ਵਾਲੇ ਚੈਕਿੰਗ ਕਰਨ ਲੱਗ ਪੈਂਦੇ ਨੇ, ਬੜੇ ਮਸਲੇ ਸਾਹਮਣੇ ਆ ਜਾਂਦੇ ਨੇ। ਸਾਨੂੰ ਘੱਟ ਤੋਲਣਾ ਦੁਨੀਆ ਸਿਖਾਉਂਦੀ ਹੈ, ਧਰਮ ਇਸ ਤੋਂ ਵੱਧ ਤੋਲਣਾ ਸਿਖਾਉਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਦੁਨੀਆ ਕੈਸੀ ਹੋਈ, ਇਹਦੇ ਕਿਹੜੇ ਕਿਹੜੇ ਪੱਖ ਦੀ ਬਾਤ ਕਰਾਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਾਲਕ ਮਿੱਤ ਨਾ ਰਹਿਓ ਕੋਈ। ਜਦੋਂ ਤੱਕ ਇਹਨਾਂ ਦੇ ਹਿੱਤ ਲਈ ਚੱਲੀਏ ਇਹ ਨਾਲ ਚੱਲਦੇ ਨੇ। ਜਿੱਦਣ ਫਿਰ ਆਪਣੇ ਜੀਵਨ ਦੇ ਸੱਚ ਨੂੰ ਆਪਣੇ ਜੀਵਨ ਨੂੰ ਸੱਚ ਦੇ ਸਹਿਤ ਸਵਾਰਨ ਦੇ ਲਈ ਥੋੜ੍ਹੇ ਜਿਹੇ ਵੀ ਕਦਮ ਪਰਾਂ ਹੋ ਕੇ ਚੱਲਣਾ ਸ਼ੁਰੂ ਕਰੀਏ, ਫਿਰ ਸਾਲਕ, ਫਿਰ ਕੋਈ ਮੁਸਾਫਰ ਨਹੀਂ ਨਾਲ ਬਣਦਾ। ਮਿੱਤ, ਫਿਰ ਕੋਈ ਉਹਦੇ ਜੀਵਨ ਨੂੰ ਭਲਾ ਕਹਿਣ ਵਾਲਾ ਵੀ ਨਹੀਂ ਲੱਭਦਾ। ਨਾਲ ਚੱਲਣਾ ਤਾਂ ਬਹੁਤ ਦੂਰ ਦੀ ਬਾਤ ਹੈ, ਫਿਰ ਉਹਨੂੰ ਭਲਾ ਕਹਿਣ ਵਾਲਾ ਵੀ ਨਹੀਂ ਲੱਭਦਾ, ਤਿਰਸਕਾਰ ਕਰਦੇ ਹਨ। ਬਾਣੀ ਵਿੱਚ ਭਗਤ ਸਾਹਿਬਾਨਾਂ ਦੀ ਬਾਣੀ ਇਹਦਾ ਸਪਸ਼ਟ ਪ੍ਰਮਾਣ ਹੈ। ਜਿਵੇਂ ਮਹਾਤਮਾ ਬੁੱਧ ਜਦੋਂ ਘਰੋਂ ਨਿਕਲੇ, ਜਦੋਂ ਤੱਕ ਰਾਜੇ ਸਨ, ਰਾਜ ਸਿੰਘਾਸਣ 'ਤੇ ਬਹਿੰਦੇ ਸਨ, ਸਾਰੇ ਉਹਨਾਂ ਦੇ ਨਾਲ ਸਨ। ਜਿੱਦਣ ਗ੍ਰਹਿ ਤਿਆਗ ਕਰਨਾ ਸੀ, ਪਤਨੀ ਪਿਤਾ ਕੋਈ ਨਹੀਂ ਸੀ ਚੱਲਿਆ। ਗੁਰੂ ਨਾਨਕ ਸਾਹਿਬ ਉਦਾਸੀਆਂ 'ਤੇ ਜਾਣਾ ਸੀ, ਕੋਈ ਪਿਤਾ ਭਰਾ ਕੁਝ ਨਹੀਂ ਸੀ ਚੱਲਿਆ। ਇੱਕੋ ਵੱਡਾ ਫੇਥ ਵਾਲਾ ਬੰਦਾ ਭਾਈ ਮਰਦਾਨਾ ਹੀ ਉਹਨਾਂ ਦੇ ਨਾਲ ਚੱਲਿਆ ਸੀ। ਤਾਂ ਹੀ ਉਹਨਾਂ ਨੇ ਉਹਦੀ ਚੋਣ ਕੀਤੀ ਸੀ ਕਿ ਇਹ ਉਹ ਮਿੱਤਰ ਹੈ ਜਿਹੜਾ ਮੇਰੇ 'ਤੇ ਫੇਥ ਲਿਆ ਸਕਦਾ। ਫੇਥ ਦਾ ਮਤਲਬ ਯਕੀਨ ਲਿਆਏਗਾ।
ਕਿਉਂਕਿ ਹੁਣ ਉਦਾਸੀਆਂ ਕਾਰੋਬਾਰ ਤਾਂ ਹੈ ਨਹੀਂ ਸੀ ਕਿ ਅਰਬ 'ਚ ਜਾਵਾਂਗੇ ਅਤੇ ਉੱਧਰ ਕਾਰੋਬਾਰ ਕਰ ਲਵਾਂਗੇ, ਫਿਰ 50% ਤੈਨੂੰ ਦੇ ਦਾਂਗਾ, 50% ਮੈਂ ਰੱਖ ਲਵਾਂਗਾ। ਭਾਈ ਮਰਦਾਨਾ ਇਸ ਆਸ ਨਾਲ ਤਾਂ ਚੱਲਿਆ ਨਹੀਂ ਸੀ। ਭਾਈ ਮਰਦਾਨਾ ਤਾਂ ਚੱਲਿਆ ਸੀ ਕਿ ਗੁਰੂ ਨਾਨਕ ਅਕਾਲ ਪੁਰਖ ਦਾ ਰੂਪ ਹੈ, ਇਹਦੇ ਨਾਲ ਜੁੜਿਆਂ ਹੀ ਮੇਰੇ ਜੀਵਨ ਦੀ ਮੁਕਤੀ ਹੈ ਅਤੇ ਮੇਰੀਆਂ ਸਾਰੀਆਂ ਊੜਾਂ ਥੁੜਾਂ ਇਹਦੇ ਨਾਲ ਜੁੜ ਕੇ ਹੀ ਪੂਰੀਆਂ ਹੋਣੀਆਂ। ਅਤੇ ਗੁਰੂ ਸਾਹਿਬ ਜੀ ਕਹਿੰਦੇ ਸਾਲਕ ਮਿਤ ਨਾ ਰਹਿਓ ਕੋਈ। ਬਾਜ਼ਾਰ ਜਾਣਾ, ਕਿਸੇ ਨੂੰ ਕਹੋ ਨਾ ਬਾਜ਼ਾਰ ਜਾਣਾ, ਝੱਟ ਕੱਪੜੇ ਪਾ ਕੇ ਤਿਆਰ ਹੋ ਜਾਂਦਾ। ਵਿਆਹ ਜਾਣਾ, ਕਿਸੇ ਦੂਜੇ ਨੂੰ ਕਹੋ ਨਾ, ਭਾਵੇਂ ਸੱਦਾ ਨਾ ਵੀ ਆਇਆ ਹੋਵੇ ਤਾਂ ਵੀ ਤਿਆਰ ਹੋ ਜਾਂਦਾ। ਹੋਰ ਕਈ ਤਰ੍ਹਾਂ ਦੀ ਰਾਜਨੀਤਿਕ ਰੈਲੀ 'ਚ ਜਾਣਾ ਹੈ ਤਾਂ ਤਿਆਰ ਹੋ ਜਾਂਦੇ ਨੇ। ਪਰ ਇਹ ਕਹੋ ਕਿ ਮੈਂ ਗੁਰੂ ਘਰ ਜਾਣਾ ਅਤੇ ਉੱਥੇ ਮੈਂ 45 ਮਿੰਟ ਬਹਿ ਕੇ ਕਥਾ ਸੁਣਨੀ ਹੈ ਅਤੇ ਤੂੰ ਮੇਰੇ ਨਾਲ ਟਿਕ ਕੇ ਬੈਠਾ ਰਹੀਂ, ਫਿਰ ਕਹਿਣਗੇ ਕੋਈ ਨਾ ਕੱਲ੍ਹ ਦੇਖਦੇ ਹਾਂ, ਅੱਜ ਮੈਨੂੰ ਥੋੜ੍ਹਾ ਜਿਹਾ ਕੰਮ ਹੈ। ਕੱਲ੍ਹ ਕਹੋਗੇ ਥੋੜ੍ਹਾ ਮੈਂ ਅੱਜ ਫਿਰ ਕਾਹਲੀ 'ਚ ਹਾਂ, ਪਰਸੋਂ ਤਾਂ ਪੱਕਾ ਜਾਵਾਂਗੇ। ਪਰਸੋਂ ਦੀ ਬਾਤ ਕਹੋਗੇ ਤਾਂ ਕਹਿਣਗੇ ਅੱਜ ਥੋੜ੍ਹੀ ਸਿਹਤ ਨਹੀਂ ਠੀਕ। ਪਲ ਦਰ ਪਲ ਐਸਾ ਜ਼ਿਕਰ ਕਰਨਗੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਾਲਕ ਮਿਤ ਨਾ ਰਹਿਓ ਕੋਈ। ਫਿਰ ਦੂਜੀ ਬਾਤ ਇਹ ਹੈ ਕਿ ਉਦਾਹਰਨ ਦੇ ਤੌਰ 'ਤੇ ਜਿਵੇਂ ਧਰਮ ਦੀ ਪ੍ਰਾਪਤੀ ਦਾ ਜ਼ਿਕਰ ਕਰੀਏ, ਪਰਿਵਾਰ ਦਾ ਮੁਖੀ ਆਪਣੇ ਜੀਵਨ ਦਾ ਤਾਣ ਲਾ ਕੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਦਿੰਦਾ ਹੈ, ਪਰ ਜਿੱਦਣ ਉਹਦੇ ਅੰਦਰ ਮਾੜੀ ਮੋਟੀ ਧਰਮ ਦੀ ਚਾਹਤ ਪੈਦਾ ਹੁੰਦੀ ਹੈ, ਕਿਸੇ ਧਰਮ ਦੁਆਰ ਦੇ ਦਰਸ਼ਨ ਕਰਾ ਲਿਆਓ, ਕਿਸੇ ਚੰਗੇ ਬੰਦੇ ਦੇ ਨਾਲ ਮਿਲਾਪ ਕਰਾ ਲਿਆਓ ਤਾਂ ਕਿ ਰੱਬ ਦੀ ਗੱਲ ਕੋਈ ਸੁਣਾਵਾਂ ਕਰ ਆਵਾਂ, ਆਪਣੇ ਹਿੱਤ ਲਈ ਉਹਦੇ ਜੀਵਨ ਦਾ ਸਾਰਾ ਤਾਣ ਵਰਤ ਲਿਆ। ਜਦੋਂ ਉਹਨੇ ਆਪਣਾ ਹਿੱਤ ਦੀ ਪੂਰਤੀ ਲਈ ਕਿਹਾ ਤਾਂ ਕਹਿੰਦੇ ਸਾਡੇ ਕੋਲੋਂ ਸਮਾਂ ਨਹੀਂ ਹੈ। ਗੁਰੂ ਸਾਹਿਬ ਜੀ ਕਹਿੰਦੇ ਸਾਲਕ ਮਿਤ ਨਾ ਰਹਿਓ ਕੋਈ। ਪੱਕਾ ਮੁਸਾਫਰ ਵੀ ਇਹਦੇ ਵਿੱਚ ਕੋਈ ਨਾਲ ਨਹੀਂ ਚੜ੍ਹਦਾ, ਕੋਈ ਫੇਥ ਲਿਆਉਣ ਵਾਲਾ ਵੀ ਨਹੀਂ ਨਾਲ ਚੱਲਦਾ। ਭਾਵ ਕਿ ਫੇਥ ਦਾ ਮਤਲਬ ਇੱਕ ਹੋਰ ਵੀ ਬਣਦਾ ਹੈ ਕਿ ਜਦੋਂ ਬੰਦੇ ਨੇ ਬੰਦਗੀ 'ਚ ਚੱਲਣਾ ਹੁੰਦਾ ਹੈ ਨਾ, ਉਹਨੂੰ ਵੱਡਾ ਨਿਗਰਾਨ ਚਾਹੀਦਾ ਹੁੰਦਾ, ਉਹਨੂੰ ਵੱਡਾ ਇੱਕ ਰਹਿਨੁਮਾ ਚਾਹੀਦਾ ਹੁੰਦਾ ਹੈ ਤਾਂ ਕਿ ਉਹਦੀ ਬੰਦਗੀ ਸਿਰੇ ਦਰ ਸਿਰੇ ਚੱਲਦੀ ਰਹੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾ ਮੁਸਾਫਰ ਸਾਥ ਵਾਲਾ ਲੱਭਦਾ ਹੈ, ਨਾ ਰਹਿਨੁਮਾ ਲੱਭਦਾ ਹੈ। ਅੱਜ ਦੁਨੀਆ ਦੇ ਵਿੱਚ ਅੱਜ ਤੁਸੀਂ ਜਿਵੇਂ ਕਈ ਸਮੇਂ ਦੀ ਬਾਤ ਕਰ ਲਈਏ, ਅੱਜ ਆਪਣੇ ਬੱਚੇ ਨੂੰ ਪੜ੍ਹਾਈ ਲਈ ਗਾਈਡੈਂਸ ਦਿਵਾਉਣੀ ਹੋਵੇ ਨਾ, ਜਿਹੜੇ ਮਰਜ਼ੀ ਘਰ ਦੇ ਵਿੱਚ ਚੱਲ ਜਾਓ, 50 ਕੋਰਸਾਂ ਦੀ ਆਪਸ਼ਨ ਤੁਹਾਨੂੰ ਦੇ ਦੇਗਾ। ਆ ਫਲਾਣੀ ਸਟਰੀਮ 'ਚ ਕਰ ਲਓ ਜੀ, ਇਸ ਡਿਪਾਰਟਮੈਂਟ 'ਚ ਚੱਲ ਜਾਓ, ਫਲਾਣਾ ਇੰਸਟੀਚਿਊਟ ਵਧੀਆ, ਉਹਦੀ ਰੇਟਿੰਗ ਵਧੀਆ ਹੈ, 50 ਗੱਲਾਂ ਤੁਹਾਨੂੰ ਦੱਸ ਦੇਗਾ। ਕਿਸੇ ਨੂੰ ਜਾ ਕੇ ਪੁੱਛ ਲਓ ਨਾ ਕਿ ਸਿਮਰਨ ਅਭਿਆਸ ਜਿਹੜਾ ਗੁਰੂ ਸਾਹਿਬ ਜੀ ਕਹਿੰਦੇ 8 ਪੈਰ ਸਿਮਰਨ ਕਰਨਾ ਚਾਹੀਦਾ ਹੈ, ਇਹਦੀਆਂ ਜੁਗਤੀਆਂ ਕਿਹੜੀਆਂ ਨੇ? ਜੇ ਪੂਰੇ ਖੰਨੇ 'ਚ ਇੱਕ ਬੰਦਾ ਵੀ ਲੱਭ ਜੇ ਤਾਂ ਕਹਿਣਾ ਨਹੀਂ ਲੱਭੇਗਾ। ਪਰ ਦੁਨੀਆਦਾਰੀ ਸਿਖਾਉਣ ਵਾਲੇ ਕਾਰੋਬਾਰ ਕੋਈ ਸ਼ੁਰੂ ਕਰ ਲਈਏ ਨਾ ਤਾਂ 50 ਸਲਾਹਾਂ ਦੇਣ ਆਉਣਗੇ, ਇੰਝ ਚਲਾਇਓ, ਇਹਨੂੰ ਇੰਝ ਚਲਾਇਓ, ਘਾਟਾ ਨਾ ਹੋ ਜਾਏ, ਗਾੜੀ ਲਹਿਰ ਆ ਰਹੀ ਹੈ ਉਸ ਹਿਸਾਬ ਨਾਲ 50 ਸਲਾਹਾਂ ਦੇਣਗੇ। ਪਰ ਕਦੇ ਤੁਹਾਨੂੰ ਇਹ ਸਲਾਹ ਨਹੀਂ ਦੇਣ ਆਉਣਗੇ ਕਿ ਲੜੀਵਾਰ ਕਥਾ ਚੱਲਦੀ ਹੈ, ਮੁੜ ਕੇ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਇਹ ਮੌਕਾ ਮਿਲਣਾ ਹੈ, ਮੁੜ ਕੇ ਪਤਾ ਨਹੀਂ ਜ਼ਿੰਦਗੀ ਰਹਿਣੀ ਵੀ ਕਿ ਨਹੀਂ, ਇਸ ਕਰਕੇ ਸਮਾਂ ਸੰਭਾਲੀ। ਇਹ ਸਲਾਹ ਕੋਈ ਨਹੀਂ ਦੇਵੇਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਾਲਕ ਮਿਤ ਨਾ ਰਹਿਓ ਕੋਈ। ਇਹ ਦੁਨੀਆ ਸਾਨੂੰ ਆਪਣੇ ਹਿੱਤ ਅਨੁਸਾਰ ਚਲਾਉਣਾ ਚਾਹੁੰਦੀ ਹੈ। ਸਾਨੂੰ ਵੀ ਕਿਸੇ ਸਮੇਂ ਕਹਿੰਦੇ ਸਨ ਉਹ ਬੜੀ ਰੌਸ਼ਨ ਬੁੱਧੀ ਹੈ ਜੀ, ਇਹ ਧਰਮ ਵਾਲੇ ਪਾਸੇ ਕਿਉਂ ਮਾਰਗ ਚੁਣ ਲੱਗੇ ਹੋ, ਆ ਦੂਜੇ ਪਾਸੇ ਨੌਕਰੀ ਦਫੇ ਵਾਲੇ ਪਾਸੇ ਜਾਓ, ਉੱਧਰ ਜ਼ਿਆਦਾ ਵਧੀਆ ਹੈ। ਮਤਲਬ ਬਾਤ ਕੀ ਹੈ ਕਿ ਜਿਹੜੀ ਬੁੱਧੀ ਸਾਨੂੰ ਮਾਲਕ ਨੇ ਦਿੱਤੀ ਹੈ, ਉਹਦੀ ਰੌਸ਼ਨ ਹੋਣ ਦੀ ਸਮਰੱਥਾ ਨੂੰ ਗੁਰੂ ਦੀ ਸੇਵਾ ਵਿੱਚ ਲਗਾਉਣਾ ਹੈ ਕਿ ਕੇਵਲ ਸੰਸਾਰ ਦੇ ਅਰਥ ਭੁਗਤਾਉਣ ਦੇ ਵਿੱਚ ਲਗਾ ਦੇਣਾ ਹੈ। ਅਸੀਂ ਕਿੰਨੇ ਐਸੇ ਹਾਂ, ਮੈਨੂੰ ਕਈ ਦਫਾ ਹੁਣ ਕਈ ਸਾਡੇ ਜਾਣਕਾਰ ਜਿਹੜੇ ਮੇਰੇ ਨਿਕਟਵਰਤੀ ਬੜੇ ਵੱਡੇ ਅਹੁਦਿਆਂ 'ਤੇ ਜਾ ਚੁੱਕੇ ਨੇ, PCS ਤੱਕ ਜਾ ਚੁੱਕੇ ਨੇ, ਤਾਂ ਹੁਣ ਕਈ ਵਾਰੀ ਜਦ ਕਦੇ ਆਪਸ ਦੇ ਵਿੱਚ ਬੈਠਦੇ ਹਾਂ ਤਾਂ ਬਾਤ ਚੱਲਦੀ ਹੈ ਤਾਂ ਆਪ ਕਈ ਵਾਰੀ ਕਹਿ ਦੇਣਗੇ ਕਿ ਸਕੂਨ ਨਹੀਂ ਹੈ ਸਾਡੇ ਕੋਲੋਂ। ਇੱਕ ਸਮਾਂ ਲੱਗਿਆ ਸੀ ਕਿ ਇਹਨਾਂ ਉੱਚੀਆਂ ਪਦਵੀਆਂ 'ਤੇ ਜਾ ਕੇ ਕੋਈ ਬਾਤ ਬਣ ਜਾਏਗੀ, ਠਹਿਰਾਓ ਨਹੀਂ ਹੈ। ਦਿਨ ਬਾ ਦਿਨ ਤ੍ਰਿਸ਼ਨਾ ਵੱਧਦੀ ਹੀ ਜਾ ਰਹੀ ਹੈ। ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਸਾਲਕ ਮਿਤ ਨਾ ਰਹਿਓ ਕੋਈ। ਅੱਗੇ ਆਖਦੇ ਨੇ ਇਹਨਾਂ ਨੇ ਕੀਤਾ ਕੀ ਦੁਨੀਆ ਨੇ ਸਾਡੇ ਨਾਲ, ਭਾਈ ਬੰਦੀ ਹੇਤ ਚੁਕਾਇਆ। ਇਹਨਾਂ ਦੀਆਂ ਗਰਜਾਂ ਪੂਰੀਆਂ, ਕਈ ਸੋਚਿਆ ਕਿ ਇਹਨਾਂ ਦੀ ਗਰਜਾਂ ਪੂਰੀਆਂ ਕਰ ਦੇਂਗਾ। ਬੰਦਾ ਇੱਕ ਟਾਈਮ 'ਤੇ ਸੋਚਦਾ ਕਿ ਜੇ ਮੈਂ ਪਰਿਵਾਰ ਦੀ ਹਰੇਕ ਇੱਛਾ ਪੂਰੀ ਕਰ ਦੇਵਾਂਗਾ ਸ਼ਾਇਦ ਮੇਰੇ ਗੱਲ ਬੜਾ ਵੱਡਾ ਹਾਰ ਪਾ ਦੇਣਗੇ। ਪਰ ਗੁਰੂ ਸਾਹਿਬ ਜੀ ਕਹਿੰਦੇ ਹੇਤ ਚੁਕਾਇਆ। ਸੰਸਾਰ ਦੇ ਨਾਲ ਵਿਚਰਨ ਦੇ ਲਈ ਹਰ ਯਤਨ ਕੀਤਾ, ਪਰ ਇਹਨਾਂ ਦੇ ਨਾਲ ਵਿਚਰਦਿਆਂ ਮਾਲਕ ਦੇ ਹਿਰਦੇ ਦੀ ਯਾਦ ਵਿਸਰ ਗਈ। ਦੁਨੀਆ ਕਾਰਨ ਦੀਨ ਗਵਾਇਆ, ਕਿ ਦੁਨੀਆ ਦੇ ਅੰਜਾਮਾਂ ਨੂੰ ਪੂਰਾ ਕਰਨ ਦੇ ਲਈ ਯਤਨ ਕਰਦਾ ਰਿਹਾ।
ਤੇ ਇਸ ਯਤਨਾਂ ਦੇ ਵਿੱਚ ਮਾਲਕ ਦਾ ਖਿਆਲ ਇੰਨਾ ਵਿਸਰ ਗਿਆ ਕਿ ਜ਼ਿੰਦਗੀ ਦੇ ਵਿੱਚ ਕੋਈ 1 ਸਾਲ ਪੂਰਾ ਐਸਾ ਨਹੀਂ ਬਤੀਤਿਆ ਕਿ ਜਿਹੜਾ ਬੰਦਗੀ ਦੇ ਅਰਥ ਲਾਇਆ ਹੋਵੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਦੀਨ ਗਵਾਇਆ ਦਾ ਭਾਵ ਕਿ ਦੀਨ ਦੀ ਇੱਕ ਦਫਾ ਵਿਚਾਰ ਕੀਤੀ ਸੀ ਕਿ ਬੜੇ ਪ੍ਰਕਾਰਾਂ ਕਰਕੇ ਦੀਨ ਸਮਝਿਆ। ਦੀਨ ਦਾ ਸਭ ਤੋਂ ਪਹਿਲਾ ਰੂਪ ਹੈ ਸ਼ੁੱਧਤਾ, ਕਿ ਜਿਹੜਾ ਮਨ ਬੁੱਧ ਚਿੱਤ ਸੁਰਤ ਨਿਰਮਲ ਮਿਲਿਆ ਸੀ ਜਿੱਦਣ ਜਨਮ ਹੋਇਆ ਸੀ, ਉਹਨੂੰ ਗੁਰੂ ਸ਼ਬਦ ਨਾਲ ਤਾਂ ਸਵਾਰਿਆ ਨਹੀਂ, ਦੁਨੀਆ ਦੀ ਤਰਫ ਲਗਾ ਛੱਡਿਆ। ਅੱਜ ਉਸ ਮਨ ਦੇ ਵਿੱਚ ਹਜ਼ਾਰਾਂ ਵਾਸਨਾ ਦੀਆਂ ਲਹਿਰਾਂ ਨੇ, ਚਿੱਤ ਦੇ ਵਿੱਚ ਸੰਬੰਧੀਆਂ ਦਾ ਮੋਹ ਹੈ, ਬੜਾ ਕੁਝ ਹੈ। ਜਿਹੜੀ ਇਹ ਦੇਹ ਸੀ, ਇਹਦਾ ਦੇਹ ਦੇ ਬਲ ਦੇ ਨਾਲ ਕੋਈ ਵੱਡੀ ਸੇਵਾ ਦਾ ਕਰਮ ਨਹੀਂ ਕਮਾ ਸਕੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਦੁਨੀਆ ਕਾਰਨ ਦੀਨ ਗਵਾਇਆ। ਤੇ ਦੁਨੀਆ ਦਾ ਭਾਵ ਉਹੀ ਹੈ ਕਿ ਜਿਹੜੀ ਸਾਨੂੰ ਦਵੰਧ ਵਾਲੇ ਪਾਸੇ ਤੋਰਦੀ ਹੈ, ਜਿਹੜੀ ਸਾਨੂੰ ਇੱਕ ਪਾਸੇ ਨਹੀਂ ਤੋਰਦੀ। ਇਸ ਕਰਕੇ ਆਮ ਇੱਕ ਵਾਕ ਕਹਿੰਦੇ ਨਾ, ਦੁਨੀਆ ਨੂੰ ਦੰਦੇ ਦੋਹੀਂ ਪਾਸੀ। ਉਹਦਾ ਕਾਰਨ ਕੀ ਹੈ ਕਿ ਜੇ ਤੁਸੀਂ ਸੰਸਾਰ ਦੀ ਤਰਫ ਚੱਲਦੇ ਜਾਓਗੇ, ਉਹ ਉੱਧਰਲੇ ਪਾਸੇ ਆਪਣਾ ਸੁਭਾਅ ਬਣਾ ਲਣਗੇ। ਫਿਰ ਇਹੀ ਕਾਮਨਾ ਕਰਨਗੇ ਕਿ ਮਰਨ ਤੱਕ ਸਾਡੇ ਹੀ ਕੰਮ ਆਵੇ। ਜੇ ਅਧਿਆਤਮਿਕ ਮਾਰਗ ਚੁਣ ਲਵੋ ਤਾਂ ਫਿਰ ਉਹਦੀ ਨਿੰਦਿਆ ਬਣਾਉਣ ਲੱਗ ਪੈਣਗੇ, ਫਿਰ ਉਹਦੀ ਨਿੰਦਿਆ ਕਰਨ ਲੱਗ ਪੈਣਗੇ ਕਿ ਇਹ ਚੱਲਿਆ ਕਿਉਂ ਹੈ ਇਸ ਪਾਸੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਦੁਨੀਆ ਦਾ ਜਿਹੜਾ ਇੱਕ ਅਸਲ ਰੂਪ ਹੈ ਉਹਨੂੰ ਥੋੜ੍ਹਾ ਸਮਝਣ ਦਾ ਬੁੱਝਣ ਦਾ ਯਤਨ ਕਰੋ, ਤਾਂ ਕਿ ਤੁਹਾਡੇ ਜੀਵਨ ਦੇ ਨਾਲ ਛਲਾਵਾ ਕਰਕੇ ਇਹ ਜੀਵਨ ਨੂੰ ਕਿਤੇ ਮੈਲ ਦੇ ਨਾਲ, ਜੀਵਨ ਨੂੰ ਅਧੂਰੇਪਣ ਦੇ ਨਾਲ, ਜੀਵਨ ਨੂੰ ਕਿਤੇ ਗੁਨਾਹਾਂ ਦੀ ਪਾਪਾਂ ਦੀ ਪੰਡ ਦੇ ਨਾਲ ਨਾ ਭਰ ਦੇਣ। ਫਿਰ ਜੀਵਨ ਮੁਸ਼ਕਿਲ ਹੋ ਜਾਏਗਾ। ਇਸ ਕਰਕੇ ਦੁਨੀਆ ਕਾਰਨ ਦੀਨ ਗਵਾਇਆ। ਦੁਨੀਆ ਇਸ ਕਰਕੇ ਗੁਰੂ ਸਾਹਿਬ ਜੀ ਨੇ ਸਿੱਧਾਂ ਨੂੰ ਕਿਹਾ ਸੀ, ਦੁਨੀਆ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ। ਚਰਪਟ ਬੋਲੇ ਅਉਧੂ ਨਾਨਕ ਦੇਹੋ ਸੱਚਾ ਵਿਚਾਰੋ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉੱਤਰ ਦਿੱਤਾ ਸੀ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੈ ਸੁਰਤ ਸ਼ਬਦ ਭਵ ਸਾਗਰ ਤਰੀਐ। ਨਾਨਕ ਨਾਮ ਵਖਾਣੈ ਕਿ ਦੁਨੀਆ 'ਚ ਰਹੋ ਪਰ ਮੁਰਗਾਬੀ ਵਾਂਗ, ਜਿਹੜੀ ਪਾਣੀ ਵਿੱਚ ਰਹਿ ਕੇ ਵੀ ਆਪਣੇ ਪੰਖ ਨਹੀਂ ਭਿੱਜਣ ਦਿੰਦੀ। ਇਸ ਕਰਕੇ ਦੁਨੀਆ ਦੇ ਸੰਬੰਧ 'ਚ ਸਾਨੂੰ ਗੁਰੂ ਸਾਹਿਬ ਜੀ ਨੇ ਬੜਾ ਸਤਰਕ ਕੀਤਾ ਹੈ। ਜਿਵੇਂ ਦੁਨੀਆ ਦੀ ਵਡਿਆਈ ਲਈ ਬੰਦੇ ਬੜਾ ਕੁਝ ਕਰਦੇ ਨੇ, ਪਰ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲਈ ਨਾਮ ਵਿਸਾਰਿਆ ਇੱਕ ਨਾ ਚੱਲੀਆਂ ਨਾਲ। ਇਸ ਪ੍ਰਕਾਰ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਿਰਪਾ ਕਰਨ ਸਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ। ਅਸੀਂ ਸਤਿਗੁਰੂ ਦੇ ਸ਼ਬਦ ਨਾਲ ਜੁੜ ਕੇ ਸੰਸਾਰ ਸਾਗਰ ਤੋਂ ਤਰਨ ਦਾ ਹੁਨਰ ਸਿੱਖੀਏ। ਸਤਿਗੁਰੂ ਦੇ ਸ਼ਬਦ ਦੇ ਉਦਾਹਰਨ ਨਾਲ ਆਪਣੇ ਜੀਵਨ ਬੇੜੇ ਦੀ ਰੱਖਿਆ ਕਰੀਏ ਅਤੇ ਸਤਿਗੁਰੂ ਦੇ ਸ਼ਬਦ ਦੇ ਗਿਆਨ ਨੂੰ ਆਪਣੇ ਹਿਰਦੇ ਅੰਦਰ ਪ੍ਰਕਾਸ਼ਿਤ ਕਰਕੇ ਅਤੇ ਦੁਨੀਆ ਦੇ ਵਿੱਚ ਨਿਰਾਲੇ ਢੰਗ ਦੇ ਨਾਲ ਮਾਲਕ ਦੀ ਯਾਦ ਦੇ ਸਹਿਤ ਵਿਚਰਨ ਦਾ ਯਤਨ ਕਰੀਏ, ਤਾਂ ਕਿ ਸਾਡੇ ਜੀਵਨ ਦੀ ਜਿਹੜੀ ਸਕਾਰਤਾ ਸਫਲਤਾ ਅਧਿਆਤਮਿਕ ਅਰਥਾਂ ਦੇ ਵਿੱਚ ਹੋ ਜਾਵੇ ਜੀ। ਆਪ ਦੇ ਸਨਮੁਖ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।